ਮੇਰੇ ਬਜ਼ੁਰਗ ਲਾਇਲਪੁਰ ਤੋਂ ਆਏ ਸਨ ਅਤੇ ਜਦੋਂ ਲਾਇਲਪੁਰ ਤੋਂ ਆਏ ਸਨ ਤਾਂ ਲਾਹੌਰ ਦਾ ਲਹਿੰਦੇ ਪੰਜਾਬ ਦਾ ਜ਼ਾਇਕਾ ਖਾਣ ਪਾਣ ਕਦਰਾਂ ਕੀਮਤਾਂ ਵੀ ਲੈ ਕੇ ਆਏ ਸਨ। ਹਰ ਇਲਾਕੇ ਦੀ ਇੱਕ ਆਪਣੀ ਜ਼ੁਬਾਨ, ਆਪਣਾ ਜ਼ਾਇਕਾ, ਆਪਣਾ ਇਤਿਹਾਸ ਹੁੰਦਾ ਹੈ। ਮੇਰਾ ਦੋਸਤ ਮਨਜੀਤ ਸਿੰਘ ਰਾਜਪੁਰਾ ਕਹਿੰਦਾ ਹੈ ਕਿ ਸਾਨੂੰ ਪੁਆਧੀਆਂ ਨੂੰ ਤੜਕਾ ਲਾਉਣਾ ਤੁਸੀਂ ਰਿਫਿਊਜੀਆਂ ਨੇ ਸਿਖਾਇਆ। ਰਿਫਿਊਜੀ ਜਦੋਂ ਇੱਥੇ ਆਏ, ਵੰਡ ਦੀ ਵੱਡੀ ਤਰਾਸਦੀ ਤਾਂ ਹੈ ਹੀ ਸੀ, ਪਰ ਉਹ ਨਾਲੋਂ ਨਾਲ ਆਪਣਾ ਬਹੁਤ ਕੁਝ ਲੈ ਕੇ ਆਏ ਜੋ ਇਸ ਇਲਾਕੇ ਦੇ ਵਿੱਚ ਰਚ ਮਿਚ ਕੇ ਇੱਕ ਨਵੀਂ ਤਰ੍ਹਾਂ ਦਾ ਸ਼ਿੰਗਾਰ ਬਣਿਆ। ਇਸੇ ਤਰ੍ਹਾਂ ਦਾ ਸ਼ਿੰਗਾਰ ਦੁਨੀਆ ਦੀਆਂ ਵੱਖ-ਵੱਖ ਸੱਭਿਅਤਾਵਾਂ ਦੇ ਆਪਸੀ ਆਦਾਨ ਪ੍ਰਦਾਨ ਦੇ ਨਾਲ ਹੁੰਦਾ ਰਹਿੰਦਾ ਹੈ। ਸੁਬੋਧ ਗੁਪਤਾ ਕੰਟੈਂਪਰੇਰੀ ਆਰਟਿਸਟ ਬਹੁਤ ਸ਼ਾਨਦਾਰ ਨੇ। ਉਹਨਾਂ ਨੇ ਇੱਕ ਆਪਣੀ ਰਚਨਾ ਵੱਖ-ਵੱਖ ਟਿਫਨਾਂ ਨੂੰ ਲੈ ਕੇ ਬਣਾਈ ਸੀ। ਰੋਟੀ ਦੇ ਡੱਬਿਆਂ ਨੂੰ ਕੋਈ 3 ਡੱਬੇ, ਕੋਈ 2 ਡੱਬੇ ਉੱਚੇ ਨੀਵੇਂ ਕਰਕੇ ਉਹਨਾਂ ਨੇ ਇੱਕ ਮਹਾਨਗਰ ਬਣਾਇਆ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਦੇ ਵਿੱਚ ਟਿਫਨਾਂ ਨੂੰ ਕਿਉਂ ਵਰਤਿਆ, ਤਾਂ ਉਹਨਾਂ ਦਾ ਕਹਿਣਾ ਸੀ ਕਿ ਦੁਨੀਆ ਦੇ ਵਿੱਚ ਖਾਣ ਪਾਣ ਸਭ ਤੋਂ ਪਹਿਲਾਂ ਟਰੈਵਲ ਕਰਦਾ ਹੈ। ਸੱਚਾਈ ਵੀ ਹੈ। ਸਾਡੇ ਵਿਆਹਾਂ ਸ਼ਾਦੀਆਂ ਦੇ ਵਿੱਚ ਹੀ ਲਾ ਲਓ, ਅਸੀਂ ਚੀਨ ਨਹੀਂ ਗਏ ਪਰ ਚੀਨ ਦੇ ਨਿਊਡਲ ਅਤੇ ਹੋਰ ਬਹੁਤ ਸਾਰੇ ਅਜਿਹੇ ਖਾਣ ਪਾਣ ਅਸੀਂ ਇੱਥੇ ਖਾ ਰਹੇ ਹਾਂ। ਅਸੀਂ ਇਟਲੀ ਨਹੀਂ ਗਏ, ਅਸੀਂ ਪੀਜ਼ਾ ਖਾ ਰਹੇ ਹਾਂ। ਇਸੇ ਤਰ੍ਹਾਂ ਸਾਡੀ ਧਰਤੀ ਦਾ ਦੂਸਰੀ ਧਰਤੀ 'ਤੇ ਵੀ ਬਹੁਤ ਕੁਝ ਪਹੁੰਚਿਆ ਹੋਵੇਗਾ। ਅੰਗਰੇਜ਼ਾਂ ਨੇ ਸਾਡੇ 'ਤੇ ਬਹੁਤ ਲੰਮਾ ਰਾਜ ਕੀਤਾ। ਉਸ ਰਾਜ ਦੇ ਨਾਲ ਬਹੁਤ ਕੁਝ ਬਦਲਿਆ। ਸਾਡੀ ਸਿੱਖਿਆ ਨੀਤੀ ਪੂਰੀ ਦੀ ਪੂਰੀ ਪ੍ਰਭਾਵਿਤ ਹੋ ਗਈ। ਸਾਡਾ ਪਹਿਰਾਵਾ ਪ੍ਰਭਾਵਿਤ ਹੋ ਗਿਆ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮਿਕਸ ਆਈਆਂ ਅਤੇ ਇਸੇ ਮਿਕਸਅਪ ਦੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਤੁਸੀਂ ਗਲੀਆਂ ਦੇ ਵਿੱਚ ਬਰਗਰ ਵੀ ਖਾਂਦੇ ਹੋ ਤਾਂ ਉਸ ਬਰਗਰ ਦੇ ਵਿੱਚ ਬਰਗਰ ਬਾਹਰਲਾ ਹੋ ਸਕਦਾ ਹੈ, ਪਰ ਉਹਨੂੰ ਬਣਾਉਣ ਦਾ, ਉਹਨੂੰ ਤੜਕਾ ਲਾਉਣ ਦਾ ਜ਼ਾਇਕਾ ਭਾਰਤ ਦਾ ਆਪਣਾ ਇਜਾਦ ਕੀਤਾ ਹੋਇਆ ਹੈ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਬਾਰੀਕ ਦਰ ਬਾਰੀਕ ਸਾਡੇ ਮੇਕਅਪ ਨੂੰ ਲੈ ਕੇ, ਸਾਡੇ ਪਹਿਰਾਵੇ ਨੂੰ ਲੈ ਕੇ, ਸਾਡੇ ਖਾਣ ਪਾਣ ਦੇ ਜ਼ਾਇਕੇ ਨੂੰ ਲੈ ਕੇ ਜੋ ਕਹਾਣੀਆਂ ਉਨੀਆਂ ਬਾਰੀਕ ਹਨ ਅਤੇ ਉਹਨਾਂ ਬਾਰੀਕ ਕਹਾਣੀਆਂ ਨੂੰ ਓਨੇ ਹੀ ਜ਼ਹੀਨ ਤਰੀਕੇ ਦੇ ਨਾਲ, ਓਨੇ ਹੀ ਸਹਿਜ ਦੇ ਨਾਲ ਸਮਝਣ ਦੀ ਲੋੜ ਹੈ। ਜਿੱਥੋਂ ਤੱਕ ਮੈਨੂੰ ਲੱਗਦਾ ਇਹ ਕਿਤਾਬ ਆਪਣੇ ਆਪ ਦੇ ਵਿੱਚ ਪਹਿਲੀ ਕਿਤਾਬ ਹੈ ਜੋ ਇਸ ਤਰ੍ਹਾਂ ਦੇ ਵਿਸ਼ੇ ਨੂੰ ਸੰਬੋਧਿਤ ਹੈ। ਇਹ ਕਿਤਾਬ ਜਸਵਿੰਦਰ ਕੌਰ ਹੋਣਾ ਨੇ ਲਿਖੀ ਹੋਈ ਹੈ। ਉਹਨਾਂ ਦੇ ਨਾਲ ਅਸੀਂ ਉਹਨਾਂ ਪੂਰੀਆਂ ਕਹਾਣੀਆਂ ਦੇ ਰੂਬਰੂ ਹੋਵਾਂਗੇ ਜਿਹੜੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਣੀਆਂ ਜ਼ਰੂਰੀ ਨੇ। ਸਭ ਤੋਂ ਪਹਿਲਾਂ ਤਾਂ ਮੈਮ ਇਹ ਕਿਤਾਬ ਵੇਖਦਿਆਂ ਹੀ ਜਿਹੜੀ ਇੱਕ ਨਜ਼ਰ ਠਹਿਰਦੀ ਉਹ ਇਸ ਕਰਕੇ ਠਹਿਰ ਜਾਂਦੀ ਹੈ ਕਿਉਂਕਿ ਇਸ ਦੇ ਅੰਦਰ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਅਰਨੌਲੀ ਵਾਲੇ ਸਿੱਧੂ ਸਰਦਾਰਾਂ ਦੀਆਂ ਵਰਤੀਆਂ ਅਤੇ ਅਰਨੌਲੀ ਮੇਰੇ ਗੁਆਂਢ ਦਾ ਪਿੰਡ ਹੈ। ਮੈਂ ਵੀ ਹੈਰਾਨ ਸਾਂ, ਮੈਨੂੰ ਵੀ ਨਹੀਂ ਸੀ ਪਤਾ ਕਿ ਉਸ ਦੇ ਵਿੱਚ ਇੰਨਾ ਕੁਛ ਵੀ ਹੈਗਾ ਆ। ਸਭ ਤੋਂ ਪਹਿਲਾਂ ਇਸ ਕਿਤਾਬ ਦਾ ਖਿਆਲ ਕਿਸ ਤਰ੍ਹਾਂ ਆਇਆ, ਥੋੜ੍ਹਾ ਜਿਹਾ ਇਸ ਦੇ ਬਾਰੇ ਸਾਨੂੰ, ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਆਖਰ ਇਹ ਗੱਲ ਤੁਸੀਂ ਕਿਉਂ ਕਹਿਣਾ ਚਾਹੁੰਦੇ ਸੀ। ਬਹੁਤ ਸਾਲ ਪਹਿਲਾਂ ਜਦੋਂ ਮੈਂ ਜਨੀਵਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਆ, ਉੱਥੇ ਮੈਂ ਕੰਮ ਕਰਦੀ ਸੀ ਮਿਊਜ਼ੀਅਮ ਵਿੱਚ। ਉੱਥੇ ਮੈਂ 2 ਕਲੈਕਸ਼ਨਸ 'ਤੇ ਕੰਮ ਕੀਤਾ। ਇੱਕ ਮਿਊਜ਼ੀਅਮ ਸੀ ਐਥਨੋਗ੍ਰਾਫੀ ਔਰ ਇੱਕ ਸੀਗਾ ਮਿਊਜ਼ੀਅਮ ਆਰਟ ਐਂਡ ਹਿਸਟਰੀ, ਕਹਿ ਲਓ ਦਾਰੇ ਦਿਸਤਵਾ। ਤਾਂ ਉੱਥੇ ਜਦੋਂ ਇੱਕ ਆਰਟੀਕਲ ਮੈਂ ਲਿਖਿਆ ਸੀਗਾ ਇੰਡੀਅਨ ਇਨਫਲੂਐਂਸ ਔਨ ਵੈਸਟਰਨ ਟੈਕਸਟਾਈਲਸ, ਉਹ ਜਿਹੜਾ ਫ੍ਰੈਂਚ ਵਿੱਚ, ਉਹ ਫ੍ਰੈਂਚ ਲੈਂਗੁਏਜ ਵਿੱਚ ਉਹਨਾਂ ਨੇ ਛਾਪੀ ਸੀ, ਤਾਂ ਉਹਨਾਂ ਨੇ ਉਹ ਟਰਾਂਸਲੇਟ ਕਰਕੇ ਛਾਪੀ ਸੀਗੀ। ਸੋ ਉਸ ਵੇਲੇ ਇੰਡੀਆ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੋਇਆ ਆ ਵੈਸਟਰਨ ਟੈਕਸਟਾਈਲਸ 'ਤੇ। ਉਹ ਇਸ ਤਰ੍ਹਾਂ ਕਿ ਆਪਣੀ ਜਿਹੜੀ ਨੋ ਹਾਊ ਸੀਗੀ ਡਾਈਂਗ ਦੀ ਔਰ ਪ੍ਰਿੰਟਿੰਗ ਦੀ, ਉਹ ਉਸ ਟਾਈਮ ਯੂਰਪ ਵਿੱਚ ਨਹੀਂ ਸੀ ਅਵੇਲੇਬਲ ਜੀ। ਇੱਕ ਤਾਂ ਉਹ ਹੋਇਆ ਔਰ ਉਸ ਕਰਕੇ ਯੂਰਪ ਦੀ ਇੰਡਸਟਰੀ ਡਿਵੈਲਪ ਹੋਈ। ਔਰ ਦੂਸਰਾ ਇੱਥੋਂ ਸ਼ਾਲ ਗਈਆਂ ਤਾਂ ਉਹਨਾਂ ਨੇ ਸ਼ਾਲਸ ਨੂੰ ਕਾਪੀ ਕਰਨ ਦੇ ਲਈ ਉਹ ਜੈਕਾਰਡ ਲੂਮ ਡਿਵੈਲਪ ਹੋਇਆ। ਸੋ ਮੇਰੇ ਕੋਲੀਗਸ ਮੇਰੇ ਨਾਲ ਸਵਾਲ ਕਰਦੇ ਸੀਗੇ ਕਿ ਤੁਸੀਂ ਇੰਡੀਅਨ ਇਨਫਲੂਐਂਸ ਵੈਸਟ ਵਿੱਚ ਤਾਂ ਲਿਖ ਰਹੇ ਹਾਂ,
ਤਾਂ ਵੈਸਟ ਦਾ ਕੀ ਇਨਫਲੂਐਂਸ ਹੋਇਆ ਆ ਇੰਡੀਅਨ ਪਹਿਨਾਵੇ 'ਤੇ। ਉਸ ਟਾਈਮ ਮੇਰੇ ਕੋਲ ਬਹੁਤ ਸਵਾਲ ਨਹੀਂ ਸੀਗੇ, ਉਹਦੇ ਜਵਾਬ ਨਹੀਂ ਸੀਗੇ, ਔਰ ਸਿਰਫ ਇਹ ਸੀਗਾ ਓਬਵੀਅਸ ਜਿਹੜੇ ਆਦਮੀ ਲੋਕ ਪਹਿਰਾਵਾ ਪਾਉਂਦੇ ਆ, ਪੈਂਟ ਕੋਟ ਵਗੈਰਾ, ਉਸ ਤੋਂ ਇਲਾਵਾ ਮੇਰੇ ਕੋਲ ਕੋਈ ਉਹਦਾ ਜਵਾਬ ਨਹੀਂ ਸੀ। ਫਿਰ ਮੈਂ ਇੱਕ ਐਜ਼ ਅ ਪ੍ਰੋਜੈਕਟ ਨਾ ਲੰਬਾ ਪ੍ਰੋਜੈਕਟ ਆਪਣੇ ਲਈ ਚੁਣਿਆ, ਔਰ ਜਦੋਂ ਅਸੀਂ ਵਾਪਸ ਆਏ, ਸਪੈਸ਼ਲੀ ਜਦੋਂ ਚੰਡੀਗੜ੍ਹ ਆਏ ਅਬਾਊਟ 10 ਸਾਲ ਪਹਿਲਾਂ, ਫਿਰ ਮੈਂ ਇਹਨੂੰ ਸੀਰੀਅਸਲੀ ਪਰਸਿਊ ਕੀਤਾ। ਅਜਿਹੇ ਕਿਹੜੇ ਤੁਹਾਨੂੰ ਪ੍ਰਭਾਵ ਲੱਗਦੇ ਆ ਜਿਹੜੇ ਪੰਜਾਬੀ ਜ਼ਿੰਦਗੀ ਦੇ ਅੰਦਰ, ਪੰਜਾਬੀ ਪਹਿਰਾਵਿਆਂ ਦੇ ਅੰਦਰ ਅਸੀਂ ਵੇਖਦੇ ਹਾਂ ਉਹ ਪੰਜਾਬ ਦੇ ਆਪਣੇ ਨਹੀਂ, ਉਹ ਪੱਛਮ ਦੇ ਪ੍ਰਭਾਵ 'ਚ ਨੇ? ਜਿੰਨਾ 'ਚ ਤਾਂ ਮੈਨਸ ਕਲੋਥਿੰਗ ਦਾ ਸਵਾਲ ਆ ਜੀ, ਉਹ ਤਾਂ ਓਬਵੀਅਸਲੀ ਸਾਰਿਆਂ ਨੂੰ ਦਿਖਦਾ ਹੀ ਆ ਕਿ ਉਹ ਕੋਟ ਪਾਉਂਦੇ ਆ, ਸ਼ਰਟ ਪਾਉਂਦੇ ਆ, ਪੈਂਟ ਪਾਉਂਦੇ ਆ। ਸੋ ਇਹ ਇਨ ਇਟਸੈਲਫ ਇਹ ਡਾਇਰੈਕਟ ਪ੍ਰਭਾਵ ਆ। ਜਿਵੇਂ ਪਹਿਲਾਂ ਆਦਮੀ ਲੋਕ ਇੰਡੀਅਨ ਪਹਿਰਾਵਾ ਪਾਉਂਦੇ ਸੀਗੇ, ਪਰ ਜਦੋਂ ਬ੍ਰਿਟਿਸ਼ ਜਦੋਂ ਰਾਜ ਤੋਂ ਬਾਅਦ ਉਹਨਾਂ ਦੇ ਪ੍ਰਭਾਵਿਤ ਹੋ ਕੇ ਉਹ ਪੈਂਟ ਪਾਉਣ ਲੱਗ ਗਏ, ਕੋਟ ਪਾਉਣ ਲੱਗ ਗਏ, ਸ਼ਰਟ ਪਾਉਣ ਲੱਗ ਗਏ। ਸੋ ਆਦਮੀਆਂ ਦੇ ਪਹਿਨਾਵੇ 'ਚ ਇੱਕ ਇਹ ਹੈ, ਔਰ ਇੱਕ ਇਹ ਆ ਕਿ ਫਿਊਜ਼ਨ ਗਾਰਮੈਂਟ ਡਿਵੈਲਪ ਹੋਇਆ, ਜਿਹੜਾ ਕੁਛ ਚੀਜ਼ਾਂ ਵੈਸਟ ਤੋਂ ਲੈ ਕੇ ਔਰ ਕੁਛ ਇੱਥੋਂ ਲੈ ਕੇ, ਜਿਵੇਂ ਅਚਕਨ ਆ ਜੀ, ਅਚਕਨ ਬੰਦ ਗਲਾ ਜਿਹੜੇ ਜੋ ਆਪਾਂ ਇੰਡੀਆ ਦੇ ਵਿੱਚ ਪੂਰੇ ਦੇਸ਼ ਦੀ ਫਾਰਮਲ ਰਿਸੈਪਸ਼ਨਸ ਜਾਂ ਫਾਰਮਲ ਫੰਕਸ਼ਨਸ ਆ, ਉਹ ਪ੍ਰਾਈਮ ਮਿਨਿਸਟਰ ਵੀ ਪਾਉਂਦੇ, ਮਿਨਿਸਟਰਸ ਵੀ ਪਾਉਂਦੇ, ਬਿਊਰੋਕਰੈਟਸ ਵੀ ਪਾਉਂਦੇ ਆ, ਉਹ ਵੀ ਸਿੱਧਾ ਵੈਸਟ ਤੋਂ ਆਇਆ ਜੀ। ਔਰ ਲੇਡੀਜ਼ ਦੇ ਪਹਿਨਾਵੇ ਵਿੱਚ ਪਰ ਕਿਉਂਕਿ ਅਸੀਂ ਇੰਨਾ ਜ਼ਿਆਦਾ ਡਾਇਰੈਕਟਲੀ ਪ੍ਰਭਾਵਿਤ ਨਹੀਂ ਹੋਏ, ਪਰ ਸਾਡਾ ਸਾੜੀ ਪਾਉਣ ਦਾ ਤਰੀਕਾ ਜਿਹਦੇ ਵਿੱਚ ਬਲਾਊਜ਼ ਔਰ ਪੈਟੀਕੋਟ ਐਡ ਕੀਤਾ, ਉਹ ਵੈਸਟ ਦਾ ਆ। ਔਰ ਅਸੀਂ ਕੋਸਮੈਟਿਕਸ ਇਸਤੇਮਾਲ ਕਰਦੇ ਹਾਂ, ਲਿਪਸਟਿਕ ਵਗੈਰਾ, ਉਹ ਸਭ ਪਹਿਲਾਂ ਨਹੀਂ ਸੀਗਾ, ਵੈਸਟ ਵਿੱਚ ਵੀ ਨਹੀਂ ਸੀਗਾ। 1920s 'ਚ ਉੱਥੇ ਆਇਆ, ਔਰ ਇੱਥੇ ਵੀ ਉਦੋਂ 1930s ਦੇ ਲਗਭਗ ਇੱਥੇ ਆ ਗਿਆ ਸੀਗਾ। ਤਾਂ ਦੂਸਰੀ ਗੱਲ ਇਹ ਆ ਕਿ ਐਕਸੈਸਰੀਜ਼ ਜਿਹੜੀਆਂ ਆਦਮੀ ਔਰ ਔਰਤਾਂ ਦੋਨੋਂ ਯੂਜ਼ ਕਰਦੇ ਆ, ਜਿਵੇਂ ਸੌਕਸ ਤੋਂ ਲੈ ਕੇ, ਸ਼ੂਜ਼ ਤੋਂ ਲੈ ਕੇ, ਹੈਂਕਰਚਿਫ, ਪਰਸਿਸ, ਪੋਕਟ ਵਾਚਿਸ, ਕੋਸਮੈਟਿਕਸ, ਇਹ ਸਭ ਵੱਡੀ ਲਿਸਟ ਹੈਗੀ ਹੈ ਜਿਹਦੇ ਤੋਂ ਅਸੀਂ ਵੈਸਟ ਤੋਂ ਇਹ ਚੀਜ਼ਾਂ ਡਰਾ ਆਊਟ ਕੀਤੀਆਂ। ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ, ਮੈਂ ਦੇਖ ਰਿਹਾ ਕਿ ਤੁਸੀਂ ਵਾਸਕਟ ਦਾ ਵੀ ਬਹੁਤ ਜ਼ਿਕਰ ਕੀਤਾ। ਸਾਡੇ ਉਹਨੂੰ ਹੋਰ ਦੇਸੀ ਤਰੀਕੇ ਦੇ ਵਿੱਚ ਮੈਨੂੰ ਲੱਗਦਾ ਕਿ ਫਤੂਈ ਵੀ ਹੈਗੀ ਆ, ਇਹਨਾਂ ਦੇ ਵਿੱਚ ਕੋਈ ਹੈ ਮੇਲ ਜੋਲ, ਜਾਂ ਇਹ ਸਾਡੇ ਵੱਖੋ ਵੱਖਰੇ ਟਰੈਡੀਸ਼ਨ ਰਹੇ ਨੇ? ਫਤੂਈ ਮੈਨੂੰ ਲੱਗਦਾ ਫਰਕ ਹੈਗੀ ਆ। ਇਹ ਵਾਸਕਟ ਤਾਂ ਡਾਇਰੈਕਟਲੀ ਡਿਰਾਈਵਡ ਹੈਗੀ ਆ ਬ੍ਰਿਟਿਸ਼ ਵੇਸਟ ਕੋਟ ਤੋਂ। ਉਹ ਨੇਮ ਇਨ ਇਟਸੈਲਫ ਹੀ ਇੰਡੀਕੇਟਿਵ ਹੈਗਾ ਕਿ ਉਹ ਵੇਸਟ ਕੋਟ ਤੋਂ ਉਹ ਵਾਸਕਟ ਬਣ ਗਿਆ। ਜਿਵੇਂ ਉਹਦਾ ਬਿਲਕੁਲ ਪੂਰਾ ਸਾਹਮਣੇ ਯੂ ਦਾ ਤਰੀਕਾ, ਨੈਕ ਉਹਦੇ ਪਲੇਨ ਕੱਪੜਾ ਹੁੰਦਾ ਹੈ ਪਿੱਛੇ ਉਹਦਾ, ਜਿਵੇਂ ਮੈਨਸ ਵੇਸਟ ਕੋਟ ਹਾਲੇ ਵੀ ਸੂਟ 'ਤੇ ਕੋਟ 'ਤੇ ਨੀਚੇ ਜਿਹੜਾ ਪਾਉਂਦੇ ਆ ਉਹ ਪਿੱਛੇ ਪਲੇਨ ਕੱਪੜਾ ਹੁੰਦੇ ਆ। ਉਹੋ ਹੀ ਤਰੀਕਾ ਜਿਹੜੀ ਵਾਸਕਟ ਸੀਗੀ ਉੱਥੇ ਉਹਨਾਂ ਨੇ ਅਪਣਾਇਆ। ਫਿਰ ਬਟਨਸ ਆਏ ਹੈ ਜੀ। ਬਟਨਸ ਪਹਿਲਾਂ ਕਿਉਂਕਿ ਜਿਹੜੇ ਇੰਡੀਅਨ ਗਾਰਮੈਂਟ ਸੀਗੇ, ਪਹਿਨਾਵਾ ਸੀਗਾ, ਉਹ ਬੜਾ ਲੂਜ਼ ਫਿਟਿੰਗ ਸੀਗਾ, ਔਰ ਉਹਦੇ ਵਿੱਚ ਬਟਨ ਦੀ ਕੋਈ ਗੁੰਜਾਇਸ਼ ਨਹੀਂ ਸੀਗੀ ਜਾਂ ਨਾ ਹੀ ਲੋੜ ਸੀਗੀ। ਪਰ ਜਿਸ ਤਰ੍ਹਾਂ ਇਹ ਪਹਿਨਾਵਾ ਥੋੜ੍ਹਾ ਬੋਡੀ ਦੇ ਨਾਲ ਸਲਿਮ ਹੋ ਗਿਆ, ਫਾਰਮ ਫਿਟਿੰਗ ਹੋ ਗਿਆ, ਫਿਰ ਬਟਨਸ ਦੀ ਵੀ ਲੋੜ ਪਈ। ਇਸ ਕਰਕੇ ਬਟਨਸ ਵੀ ਇਹ ਯੂਰਪੀਅਨ ਕਨਸੈਪਟ ਹੈ ਔਰ ਇਹ ਉੱਥੋਂ ਹੀ ਆਏ ਹੈ। ਇੱਕ ਆਪਾਂ ਇਤਿਹਾਸ ਦੇ ਅੰਦਰ ਜੋ ਦੇਖਦੇ ਹਾਂ ਕਿ ਆਪਾਂ ਸੁਣਦੇ ਹਾਂ ਕਿ ਅੰਗਰੇਜ਼ ਭਾਰਤੀਆਂ ਤੋਂ ਆਪਣਾ ਇੱਕ ਫ਼ਰਕ ਰੱਖਦੇ ਸੀ, ਬਹੁਤ ਸਾਰੀਆਂ ਥਾਵਾਂ 'ਤੇ ਆਉਣ ਦੀ ਮਨਾਹੀ ਸੀ।
ਫਿਰ ਇਹ ਅੰਗਰੇਜ਼ਾਂ ਦੇ ਪਹਿਰਾਵੇ ਦਾ ਪ੍ਰਭਾਵ ਉਹਨਾਂ ਨੇ ਸਿੱਧੇ ਤੌਰ ਤੇ ਭਾਰਤੀਆਂ ਨੂੰ ਕਿਵੇਂ ਕਬੂਲਣ ਦਿੱਤਾ ਕਿ ਇਸ ਦੇ ਉੱਤੇ ਉਹਨਾਂ ਦੇ ਇਤਰਾਜ਼ ਹੁੰਦੇ ਸੀ? ਦੇਖੋ, ਉਹਨਾਂ ਨੇ ਆਪਣਾ ਪਹਿਨਾਵਾ ਭਾਰਤੀਆਂ ਤੇ ਇੰਪੋਜ਼ ਨਹੀਂ ਕੀਤਾ। ਉਹ ਬਲਕਿ ਕਈ ਰਾਈਟਰਸ ਇਹ ਵੀ ਲਿਖਦੇ ਆ ਕਿ ਉਹ ਤਾਂ ਬਹੁਤ ਅਪਸੈਟ ਹੁੰਦੇ ਸੀਗੇ ਕਿ ਭਾਰਤੀ ਇਹ ਉਹਨਾਂ ਦਾ ਪਹਿਨਾਵਾ ਅਪਣਾ ਦੇ ਆ। ਪਰ ਗੱਲ ਇਸ ਤਰ੍ਹਾਂ ਹੋਈ ਕਿ ਕਿਉਂਕਿ ਇੱਕ ਥਾਮਸ ਮੈਕੌਲੇ ਜਿਹੜੇ ਕਿ ਐਜੂਕੇਸ਼ਨ 'ਤੇ ਉਹ ਲਿਖ ਰਹੇ ਸੀ, ਮਿਨਟ ਟੂ ਐਜੂਕੇਸ਼ਨ, ਕਿ ਕਿਸ ਤਰ੍ਹਾਂ ਦੀ ਪੜ੍ਹਾਈ ਇੰਡੀਆ ਵਿੱਚ ਹੋਣੀ ਚਾਹੀਦੀ ਆ। ਤਾਂ ਉਹਦਾ ਮੰਨਣਾ ਇਹ ਸੀਗਾ ਕਿ ਇੰਡੀਅਨ ਜਿਹੜੇ ਲੋਕ ਹੈ, ਕਿਉਂਕਿ ਜਿਹੜੇ ਬ੍ਰਿਟਿਸ਼ਰ ਸੀਗੇ ਉਹ ਨਾ ਹਿੰਦੁਸਤਾਨੀਆਂ ਦੀ ਬੋਲੀ ਸਮਝਦੇ ਸੀਗੇ ਔਰ ਉਹਨਾਂ ਦੇ ਵਿੱਚ ਕੋਈ ਸਮਝਣ ਵਿੱਚ ਸੁਣਨ 'ਚ ਗੈਪ ਸੀਗਾ। ਸੋ ਉਹ ਚਾਹੁੰਦੇ ਸੀ ਕਿ ਵੈਸਟਰਨ ਐਜੂਕੇਸ਼ਨ ਸਿਸਟਮ ਲਿਆਇਆ ਜਾਏ ਇੰਡੀਆ ਵਿੱਚ ਤਾਂ ਕਿ ਉਹ ਉਸ ਗੈਪ ਨੂੰ ਫਿਲ ਕਰ ਸਕਣ। ਸੋ ਕਿਉਂਕਿ ਉਹ ਵੈਸਟਰਨ ਐਜੂਕੇਸ਼ਨ ਆਇਆ ਔਰ ਇੱਕ ਇਹ ਬਹੁਤ ਵੱਡਾ ਫੈਕਟਰ ਆ ਪਹਿਨਾਵੇ 'ਤੇ ਅਸਰ ਹੋਣ ਦਾ, ਕਿਉਂਕਿ ਬੱਚੇ ਜਦੋਂ ਸਕੂਲ ਜਾਂਦੇ ਸੀਗੇ ਪਹਿਲੀ ਕਲਾਸ ਤੋਂ ਉਹਨਾਂ ਨੇ ਕੋਟ ਔਰ ਸ਼ਰਟ ਔਰ ਟਾਈ ਔਰ ਪੈਂਟ ਪਾਉਣੀ ਸ਼ੁਰੂ ਕੀਤੀ। ਸੋ ਇਸ ਕਰਕੇ ਜਦੋਂ 10-11 ਸਾਲ ਉਹਨਾਂ ਨੇ ਰੋਜ਼ ਉਹ ਕੱਪੜਾ ਪਾਇਆ, ਜਦੋਂ ਉਹਦੇ 'ਚੋਂ ਗ੍ਰੈਜੂਏਟ ਹੋਏ, ਸਕੂਲ ਤੋਂ ਬਾਹਰ ਨਿਕਲੇ, ਉਹਨਾਂ ਨੂੰ ਉਹੀ ਕੱਪੜੇ ਪਾਉਣ ਦੀ ਆਦਤ ਸੀ ਔਰ ਇਸ ਕਰਕੇ ਉਹਨਾਂ ਨੇ ਉਹੀ ਡਰੈਸ ਅਪਣਾਇਆ। ਔਰ ਦੂਸਰੀ ਗੱਲ ਇੱਕ ਇਹ ਵੀ ਹੈ ਕਿ ਜਦੋਂ ਜਿਹੜੇ ਮਹਾਰਾਜਾ ਸੀਗੇ, ਰਾਇਲਟੀ ਸੀਗੀ, ਉਹ ਕਿਉਂਕਿ ਸਕੂਲ ਜਾਣਾ ਉਹਨਾਂ ਨੂੰ ਅਲਾਉਡ ਨਹੀਂ ਸੀਗਾ, ਉਹਨਾਂ ਦੇ ਇੰਗਲਿਸ਼ ਟਿਊਟਰ ਸੀਗੇ ਜਿਹੜੇ ਘਰ ਆ ਕੇ ਉਹਨਾਂ ਨੂੰ ਪੜ੍ਹਾਉਂਦੇ ਸੀਗੇ, ਕਿਉਂਕਿ ਉਹ ਬਾਹਰਲੇ ਯੂਰਪੀਅਨ ਸੀਗੇ। ਉਹਨਾਂ ਨੇ ਬਾਹਰਲੇ ਤੇ ਤੌਰ ਤਰੀਕੇ, ਪਹਿਨਾਵਾ ਸਭ ਉਹਨਾਂ ਨੂੰ ਸਿਖਾਇਆ। ਇਹ ਜਿਹੜਾ ਪੱਛਮ ਦਾ ਪੂਰਾ ਆਪਾਂ ਪ੍ਰਭਾਵ ਦੇਖਦੇ ਹਾਂ ਸਾਡੇ ਪਹਿਰਾਵੇ 'ਤੇ, ਇੱਥੋਂ ਤੱਕ ਕਿ ਇਕੱਲਾ ਪਹਿਰਾਵਾ ਨਹੀਂ, ਸਾਡੇ ਖਾਣ ਪਾਣ ਦਾ ਕਲਚਰ ਤੱਕ ਬਦਲਿਆ, ਸਾਡੇ ਟੇਬਲ ਮੈਨਰ ਤੱਕ ਬਦਲੇ। ਅਸੀਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਕਬੂਲ ਕੇ ਉਸੇ ਤਰ੍ਹਾਂ ਕੀਤੀਆਂ ਅਤੇ ਸਾਨੂੰ ਲੱਗਾ ਕਿ ਇੱਕ ਸਿਕਿਉਰਿਟੀ ਦੀ ਵੀ ਨਿਸ਼ਾਨੀ ਅਸੀਂ ਮੰਨ ਲਿਆ। ਪਰ ਇਸ ਦਾ ਪ੍ਰਭਾਵ ਜਿਹੜਾ ਤੁਹਾਡੀ ਕਿਤਾਬ ਦੇ ਅੰਦਰ ਸਾਨੂੰ ਦਿਖਦਾ ਆ, ਤੁਸੀਂ ਉਸ ਦੇ ਵਿੱਚ ਸਰਦਾਰ ਫੈਮਿਲੀ, ਮਹਾਰਾਜੇ ਦੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਉੱਤੇ ਤਾਂ ਕੇਂਦਰਿਤ ਕਰਦੇ ਹੋ, ਪਰ ਕੀ ਇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਅੰਗਰੇਜ਼ਾਂ ਦੇ ਇਸ ਪਹਿਰਾਵੇ ਦਾ ਪ੍ਰਭਾਵ ਆਮ ਲੋਕਾਂ ਤੱਕ ਵੀ ਪਹੁੰਚਦਾ ਸੀ? ਉਸ ਦੇ ਬਾਰੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਤੁਸੀਂ ਇਹ ਪੱਖ ਨਹੀਂ ਛੂਹਿਆ, ਉਹਦਾ ਕੀ ਕਾਰਨ ਹੈ? ਕਿਤਾਬ ਵਿੱਚ ਰਿਪਰੈਜ਼ੈਂਟੇਸ਼ਨ ਨਹੀਂ ਹੋ, ਪਰ ਉਹਦੇ ਕਈ ਰੀਜ਼ਨਸ ਹੈ। ਦੇਖੋ, ਤੁਸੀਂ ਵਰਲਡ ਹਿਸਟਰੀ ਕਾਸਟਿਊਮ ਦੀ ਲਾਓ ਜੀ, ਹਰ ਇੱਕ ਕੰਟਰੀ ਦੇ ਵਿੱਚ ਉਹ ਕਿਸ ਤਰ੍ਹਾਂ ਡਾਕੂਮੈਂਟ ਹੋਣਗੇ, ਉਹ ਕੀ ਦੇਖਣਗੇ? ਫੋਟੋਆਂ ਦੇਖਣਗੇ ਜਾਂ ਪੇਂਟਿੰਗਸ ਦੇਖਣਗੇ ਜਾਂ ਜਿਹੜਾ ਉਹਨਾਂ ਦੇ ਬਾਰੇ ਕਿਤਾਬਾਂ 'ਚ ਲਿਖਿਆ ਆ ਉਹ ਦੇਖਣਗੇ। ਵੈਸਟ ਵਿੱਚ ਵੀ ਜਿਹੜੇ ਪੇਂਟਿੰਗਸ ਆ ਜਾਂ ਫੋਟੋਆਂ ਆ ਉਹ ਸਿਰਫ ਅਪਰ ਕਲਾਸ ਦੀਆਂ ਆ ਜੀ। ਇਹ ਸਿਰਫ ਇੰਪ੍ਰੈਸ਼ਨਿਸਟ ਪੀਰੀਅਡ ਵਿੱਚ ਜਦੋਂ ਪੇਂਟਰਸ ਨੇ ਨੂੰ ਇਹ ਲੱਗਿਆ ਕਿ ਇਹ ਅਸੀਂ ਆਮ ਜਨਤਾ ਦੇ ਬਾਰੇ 'ਚ ਪੇਂਟਿੰਗ ਕਰੀਏ ਤਾਂ ਥੋੜ੍ਹਾ ਬਹੁਤ ਉਹਨਾਂ ਦਾ ਪਹਿਨਾਵਾ ਸਾਹਮਣੇ ਆਇਆ। ਪਰ ਆਪਣੇ ਪੰਜਾਬ ਵਿੱਚ ਤਾਂ ਕਾਮਨ ਲੋਕਾਂ ਦਾ ਨਾ ਕੋਈ ਫੋਟੋ ਹੈ, ਨਾ ਕੋਈ ਜ਼ਿਆਦਾ ਮੈਂਸ਼ਨ ਹੈਗਾ ਆ, ਨਾ ਗੈਜ਼ਟੀਅਰਸ 'ਚ, ਨਾ ਬੁੱਕਸ ਵਿੱਚ। ਥੋੜ੍ਹਾ ਬਹੁਤ ਹੈਗਾ ਆ ਜਿਹੜਾ ਮੈਂ ਲਿਖਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਹੈ। ਔਰ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਏਗੀ ਕਿ ਮੇਰਾ ਆਮ ਜਨਤਾ ਤੇ ਆਮ ਫੈਮਲੀਜ਼ 'ਤੇ ਜ਼ਿਆਦਾ ਜ਼ੋਰ ਹੈ, ਨਾ ਕਿ ਰਾਇਲਟੀ 'ਤੇ। ਇਹਨਾਂ ਪਰਿਵਾਰਾਂ ਦੇ ਪਹਿਰਾਵਿਆਂ ਤੱਕ ਤੁਸੀਂ ਪਹੁੰਚ ਕੀਤੀ, ਫੋਟੋਆਂ ਦੇ ਜ਼ਰੀਏ ਡਾਕੂਮੈਂਟੇਸ਼ਨ ਕੀਤੀ। ਕਿਸ ਤਰ੍ਹਾਂ ਦਾ ਡਾਕੂਮੈਂਟੇਸ਼ਨ ਪਰਿਵਾਰ ਵਾਲਿਆਂ ਨੇ ਸਾਂਭ ਕੇ ਰੱਖੀ ਹੈ, ਜਾਂ ਉਹ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਿਲਚਸਪ ਤੱਤ ਹੁੰਦੇ ਆ, ਜੇ ਸਾਡੇ ਦਰਸ਼ਕਾਂ ਨਾਲ ਉਹ ਵੀ ਸਾਂਝੇ ਕਰੋ? ਜਿਹੜੀ ਇਹ ਮੇਰੀ ਰਿਸਰਚ ਹੈਗੀ ਆ,
ਇਹ ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਪਹਿਲਾਂ ਕਿਸੇ ਨੇ ਪੰਜਾਬ ਤੇ ਵੈਸਟਰਨ ਇਨਫਲੂਐਂਸ ਤੱਕ ਇੰਡੀਆ ਤੇ ਕਿਸੇ ਨੇ ਕੀਤਾ ਹੀ ਨਹੀਂ ਹੈ ਜੀ। ਜਿੰਨਾ ਚਿਰ ਮੈਂ ਜਿੱਥੋਂ ਤਾਈਂ ਮੈਨੂੰ ਇਨਫੋਰਮੇਸ਼ਨ ਹੈ, ਇਹ ਮੇਰੀ ਸਭ ਤੋਂ ਪਹਿਲਾਂ ਕਿਤਾਬ ਹੈਗੀ ਹੈ, ਜਾਂ ਵਰਜਨ ਟੈਰੀਟਰੀ। ਸੋ ਇਸ ਕਰਕੇ ਮੈਨੂੰ ਬਹੁਤ ਚੀਜ਼ਾਂ ਲਈ ਲੋਕਾਂ 'ਤੇ ਡਿਪੈਂਡੈਂਟ ਹੋਣਾ ਪਿਆ। ਮੈਨੂੰ ਉਹਨਾਂ ਦੀਆਂ ਫੋਟੋਗ੍ਰਾਫਸ ਵੀ ਇੱਕ ਇੰਡੀਕੇਟਰ ਹੈਗਾ ਆ ਕਿ ਉਹ ਉਸ ਟਾਈਮ ਕੀ ਪਾਉਂਦੇ ਸੀ, ਕੀ ਨਹੀਂ ਸੀ ਪਾਉਂਦੇ। ਪੇਂਟਿੰਗ ਵਿੱਚ ਥੋੜ੍ਹੀ ਬਹੁਤ ਉੱਚ ਨੀਚ ਹੋ ਸਕਦੀ ਹੈ, ਕਿਉਂਕਿ ਉਹਦੇ ਵਿੱਚ ਪੇਂਟਰ ਦਾ ਵੀ ਬੜਾ ਥੋੜ੍ਹਾ ਕੰਟਰੀਬਿਊਸ਼ਨ ਹੈ ਕਿ ਜੋ ਉਹਨੇ ਕਿਸ ਤਰ੍ਹਾਂ ਉਹਨੂੰ ਪੇਂਟ ਕੀਤਾ ਜਾਂ ਕਿਸ ਨਜ਼ਰੀਏ 'ਤੇ ਉਹਨੇ ਆਪਣੇ ਸਬਜੈਕਟ ਨੂੰ ਦੇਖਿਆ। ਪਰ ਫੋਟੋਗ੍ਰਾਫ ਤਾਂ ਫੁੱਲ ਪ੍ਰੂਫ ਹੈਗਾ, ਜਿਵੇਂ ਉਹਨਾਂ ਨੇ ਦੇਖਿਆ ਉਸ ਤਰ੍ਹਾਂ ਹੀ ਫੋਟੋ ਆਈ। ਸੋ ਇੱਕ ਮੈਂ ਫੋਟੋਗ੍ਰਾਫਸ 'ਤੇ ਕੀਤਾ, ਇੱਕ ਮੈਂ ਮਿਊਜ਼ੀਅਮ ਦੇ ਕਈ ਪੇਂਟਿੰਗਸ, ਪੁਰਾਣੀਆਂ ਪੇਂਟਿੰਗਸ ਦੇ ਰਿਸੋਰਸਿਸ ਹੈ। ਫਿਰ ਮੇਰੀ ਓਰਲ ਹਿਸਟਰੀ, ਮੈਂ ਬਹੁਤ ਲੋਕਾਂ ਨੂੰ ਜਾ ਕੇ ਮਿਲੀ ਜਿਨ੍ਹਾਂ ਦੇ ਕੋਲ ਕੱਪੜੇ ਵੀ ਨਹੀਂ ਸੀਗੇ, ਫਿਰ ਵੀ ਮੈਂ ਉਹਨਾਂ ਤੋਂ ਸਮਝਿਆ ਕਿ ਕਿਸ ਟਾਈਮ 'ਤੇ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਸੀਗੇ, ਕੀ ਕੀ ਯੂਜ਼ ਕਰਦੇ ਸੀਗੇ। ਸੋ ਮੇਰੇ ਕੋਲ ਚਾਹੇ ਫੋਟੋਆਂ ਕਾਮਨ ਪੀਪਲ ਦੀਆਂ ਨਾ ਹੋਣ, ਪਰ ਮੇਰੇ ਕੋਲ ਇਨਫੋਰਮੇਸ਼ਨ ਹੈ ਜਿਹੜੀ ਮੈਂ ਆਈ ਟਰਾਈ ਟੂ ਪੁੱਟ ਇਟ ਇਨ ਦ ਬੁੱਕ। ਤੁਸੀਂ ਆਪਣੀ ਕਿਤਾਬ ਦੇ ਵਿੱਚ ਬ੍ਰਿਟਿਸ਼ ਰਾਜ ਦਾ ਜ਼ਿਕਰ ਕਰਦੇ ਹੋ। ਉਸ ਤੋਂ ਪਹਿਲਾਂ ਆਪਾਂ ਇਹ ਵੀ ਸੁਣਦੇ ਹਾਂ ਕਿ ਡੱਚ, ਪੁਰਤਗਾਲੀ ਸਮੇਤ ਯੂਰਪੀਅਨ ਦਾ ਇੰਡੀਆ ਦੇ ਅੰਦਰ ਆਉਣਾ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਨਾਂ ਦੀ ਖਾਸ ਥਾਂ ਸੀ, ਉਹ ਫੌਜ ਨੂੰ ਟ੍ਰੇਨ ਕਰਦੇ ਸਨ। ਉਸ ਤਰ੍ਹਾਂ ਦਾ ਇੱਕ ਡਿਸਿਪਲਿਨ ਵੀ ਕ੍ਰੀਏਟ ਕੀਤਾ ਜਾ ਰਿਹਾ ਸੀ, ਉਹ ਯੂਨੀਫਾਰਮ ਦੇ ਲਿਹਾਜ਼ ਤੋਂ ਵੀ ਸੀ। ਇੱਥੋਂ ਤੱਕ ਵੀ ਸੁਣਦੇ ਹਾਂ ਕਿ ਹੋਮਿਓਪੈਥੀ ਵੀ ਮਹਾਰਾਜਾ ਰਣਜੀਤ ਸਿੰਘ ਪੰਜਾਬ 'ਚ ਲੈ ਕੇ ਆਏ, ਅਤੇ ਉਹਨਾਂ ਨੂੰ ਕਿਸੇ ਨੇ ਜੋ ਦੱਸਿਆ ਕਿ ਜਰਮਨ ਦੇ ਅੰਦਰ ਇਸ ਤਰ੍ਹਾਂ ਦੀ ਦਵਾ ਆ ਜੋ ਇਸ ਤਰ੍ਹਾਂ ਅਰਕ ਤੋਂ ਤਿਆਰ ਹੁੰਦੀ ਹੈ, ਅਤੇ ਉਹਨਾਂ ਨੇ ਸ਼ਬਦ ਇਸ ਤਰ੍ਹਾਂ ਦੁਹਰਾਏ ਸੀ ਕਿ ਤੁਸੀਂ ਉਹਨਾਂ ਨੂੰ ਲੈ ਕੇ ਆਓ, ਅਸੀਂ ਇੱਥੇ ਪੰਜਾਬ 'ਚ ਗੁਲਾਬਖਾਨੇ ਖੁਲਵਾਵਾਂਗੇ। ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਬ੍ਰਿਟਿਸ਼ ਤੋਂ ਪਹਿਲਾਂ ਉਹਨਾਂ ਦਾ ਪ੍ਰਭਾਵ ਜਿਹੜਾ ਹੈਗਾ ਉਹ ਵੀ ਕਦੀ ਵੇਖਿਆ ਆ ਉਸ ਤਰ੍ਹਾਂ? ਮੈਂ ਇਹ ਆਪਣੀ ਕਿਤਾਬ ਵਿੱਚ ਇਹ ਮੈਂਸ਼ਨ ਕੀਤਾ ਆ ਕਿ ਜਿਹੜਾ ਸਭ ਤੋਂ ਪਹਿਲਾਂ ਯੂਰੋਪੀਅਨ ਇਨਫਲੂਐਂਸ ਆਇਆ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਸੀਗੇ, ਜਦੋਂ ਉਹ 2 ਫਰੈਂਚ ਜਨਰਲ ਆਪਣੇ ਲੈ ਕੇ ਆਏ ਸੀਗੇ ਆਪਣੀ ਫੌਜ ਨੂੰ, ਫੌਜ ਦੇ ਲਈ, ਜਿਨ੍ਹਾਂ ਨੇ ਫੌਜੇ ਖਾਸ ਆਪਣੀ ਬਣਾਈ ਸੀਗੀ। ਉਹਦੇ ਵਿੱਚ ਉਹਨਾਂ ਨੇ ਯੂਰੋਪੀਅਨ ਕੱਪੜੇ ਪਹਿਨਾਵੇ ਉਹਨਾਂ ਦੇ ਲਈ ਕਿਹਾ ਸੀਗਾ ਕਿ ਕਿ ਇਹ ਪਾਓ ਤੁਸੀਂ ਯੂਰੋਪੀਅਨ ਪਹਿਨਾਵਾ, ਕਿਉਂਕਿ ਉਹ ਜਿਹੜਾ ਪਹਿਨਾਵਾ ਸੀ ਉਹ ਡਾਇਰੈਕਟ ਨੈਪੋਲੀਅਨ ਦੇ ਇੱਕ ਹੂਸਾਰ ਯੂਨਿਟ ਸੀਗੇ। ਉਹ ਹੂਸਾਰ ਯੂਨਿਟ ਤੋਂ ਉਹਨਾਂ ਨੇ ਸਿੱਧਾ ਡਾਇਰੈਕਟ ਡਿਵੈਲਪ ਕੀਤਾ, ਜਿਹੜਾ ਇਹ ਲੋਕ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਇਹ ਪਹਿਨਾਵੇ ਯੂਜ਼ ਕਰਦੇ ਸੀ। ਪਰ ਉਹ ਇਨਫਲੂਐਂਸ ਖਾਲੀ ਉੱਥੇ ਤਾਈਂ ਰਿਹਾ, ਜਿਹੜੀ ਆਮ ਜਨਤਾ ਤਾਈਂ ਉਹ ਨਹੀਂ ਪਹੁੰਚਿਆ। ਇਹ ਇਨਫਲੂਐਂਸ ਬ੍ਰਿਟਿਸ਼ ਦਾ ਜਦੋਂ ਬ੍ਰਿਟਿਸ਼ ਰਾਜ ਆਇਆ ਉਦੋਂ ਆਮ ਜਨਤਾ ਤਾਈਂ ਲੋਕਾਂ ਨੇ ਬ੍ਰਿਟਿਸ਼ ਪਹਿਨਾਵਾ ਪਾਇਆ, ਜਿਹੜਾ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਹ ਲਿਮਿਟਡ ਸੀਗਾ। ਬਲਕਿ ਐਮਿਲੀ ਈਡਨ ਜਿਹੜੀ ਲਾਰਡ ਆਕਲੈਂਡ ਦੀ ਸਿਸਟਰ ਸੀਗੀ, ਔਰ ਉਹ ਕਾਫੀ ਐਕਸਟੈਂਸਿਵਲੀ ਪੰਜਾਬ ਵਿੱਚ ਟਰੈਵਲ ਵੀ ਕੀਤਾ ਆ, ਉਹਨਾਂ ਨੇ ਇੱਕ ਜਗ੍ਹਾ 'ਤੇ ਮੈਂਸ਼ਨ ਕੀਤਾ ਆ ਕਿ ਰਣਜੀਤ ਸਿੰਘ wears socks which is under unusual circumstances, ਕਿ ਇਹ ਮੈਂਸ਼ਨ ਹੈ ਕਿ ਆਮ ਜਨਤਾ ਵਿੱਚ ਸੌਕਸ ਨਹੀਂ ਸੀ ਪਾਉਂਦੀ, ਔਰ ਕਈ ਪੇਂਟਿੰਗਸ ਵਗੈਰਾ ਵਿੱਚ ਵੀ ਉਹ ਬੇਅਰ ਫੁੱਟਡ ਹੈਗੇ। ਆਪਾਂ ਡਿਜ਼ਾਈਨ ਨੂੰ ਲੈ ਕੇ ਤਾਂ ਸਮਝ ਸਕਦੇ ਹਾਂ ਕਿ ਬ੍ਰਿਟਿਸ਼ ਰਾਜ ਦਾ ਉਸ ਤਰ੍ਹਾਂ ਪ੍ਰਭਾਵ ਹੈਗਾ ਸੀ, ਪਰ ਬ੍ਰਿਟਿਸ਼ ਆਪਣੇ ਪਹਿਰਾਵੇ ਦੇ ਵਿੱਚ ਜਿਸ ਤਰ੍ਹਾਂ ਦਾ ਕੱਪੜੇ ਦਾ ਸਟੱਫ ਵਰਤਦੇ ਹੋਣਗੇ, ਸੁਭਾਵਕ ਹੈ ਕਿ ਭਾਰਤ ਵਾਲੇ ਉਸ ਤਰ੍ਹਾਂ ਦਾ ਸਟੱਫ ਨਾ ਵਰਤਦੇ ਹੋਣ। ਕੀ ਇਸ ਦੇ ਵਿੱਚ ਵੀ ਕੋਈ ਫਰਕ ਸੀ ਕਿ ਡਿਜ਼ਾਈਨ ਜਾਂ ਨਮੂਨਾ ਤੇ ਉਹਨਾਂ ਦਾ ਲੈ ਲਿਆ ਪਰ ਸਟੱਫ ਸਾਡਾ ਆਪਣਾ ਸੀ ਕੱਪੜੇ ਦਾ?
ਇਹ ਬਿਲਕੁਲ ਇਸ ਤਰ੍ਹਾਂ ਹੀ ਹੋਇਆ ਕਿ ਜਦੋਂ 1866 ਵਿੱਚ ਜਦੋਂ ਪੂਰਾ ਰੂਲ ਪੰਜਾਬ ਵਿੱਚ ਜਾਂ ਇੰਡੀਆ 'ਚ ਸਟੇਬਲਾਈਜ਼ ਹੋ ਗਿਆ ਬ੍ਰਿਟੇਨ ਦਾ, ਉਹਨਾਂ ਨੇ 1866 ਵਿੱਚ ਇੱਕ ਜੇ ਫੋਰਬਸ ਵਾਟਸਨ ਹੈਗੇ ਸੀਗੇ, ਉਹਨਾਂ ਨੇ ਰਿਸਰਚ ਕੀਤੀ ਔਰ ਇੱਕ ਕਿਤਾਬ ਲਿਖੀ ਜਿਹੜੀ ਇੱਕ ਬੜਾ ਵੈਲਿਊਬਲ ਸੋਰਸ ਆ ਜਿਹੜੇ ਟੈਕਸਟਾਈਲ 'ਤੇ ਰਿਸਰਚ ਕਰਦੇ ਉਹਨਾਂ ਲਈ, ਕਿ ਇੰਡੀਆ ਵਿੱਚ ਕੀ ਕੱਪੜੇ ਪਾਉਂਦੇ ਹੈ ਔਰ ਕੀ ਯੂਜ਼ ਕਰਦੇ ਹੈ। ਉਹ ਇਸ ਕਰਕੇ ਸੀਗਾ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਇੰਗਲੈਂਡ ਤੋਂ ਕੱਪੜਾ ਇਹ ਦੇਖ ਰਹੇ ਸੀ ਇੰਡੀਆ ਐਜ਼ ਅ ਮਾਰਕੀਟ ਜਿਹਦੇ ਵਿੱਚ ਯੂਰਪ ਵਿੱਚ ਇੰਗਲੈਂਡ ਵਿੱਚ ਕੱਪੜਾ ਬਣੇ ਔਰ ਉਹਨਾਂ ਨੂੰ ਇੱਥੇ ਲਿਆਉਣ ਤਾਂ ਇੰਡੀਆ ਵਿੱਚ ਉਹ ਯੂਜ਼ ਹੋਵੇ। ਸੋ ਬਾਏ ਐਂਡ ਬਾਏ ਜਦੋਂ ਬਾਹਰਲਾ ਕੱਪੜਾ ਇੱਥੇ ਆਇਆ, ਸੋ ਲੋਕਾਂ ਦਾ ਨਜ਼ਰੀਆ ਦੇਖਣ ਦਾ, ਔਰ ਜਿਹੜਾ ਪਹਿਲਾਂ ਉਹ ਬਹੁਤ ਕਢਾਈ ਵਾਲੀਆਂ ਚੀਜ਼ਾਂ ਮੈਨ ਵੀ ਪਾਉਂਦੇ ਸੀਗੇ, ਚੋਗੇ ਜਾਂ ਅਚਕਨ, ਫਿਰ ਉਹ ਹੌਲੀ ਹੌਲੀ ਓਵਰ ਦ ਈਅਰਸ ਹਟਦਾ ਗਿਆ ਔਰ ਅੰਗਰੇਜ਼ੀ ਕੱਪੜੇ ਆਉਂਦੇ ਗਏ ਬਾਹਰੋਂ, ਜਾਂ ਲੇਡੀਜ਼ ਲਈ ਵੀ ਉਹ ਬਾਹਰੋਂ ਸੂਟ ਦਾ ਮਟੀਰੀਅਲ ਚਾਹੇ ਉਹ ਚਾਈਨਾ ਹੋਏ, ਜਾਪਾਨ ਜਾਂ ਔਰ ਇੰਗਲੈਂਡ 'ਚੋਂ ਆਇਆ, ਜਿਹੜੇ ਲੋਕਾਂ ਨੇ ਬੜੀ ਖੁਸ਼ੀ ਨਾਲ ਇੱਥੇ ਯੂਜ਼ ਕੀਤਾ। ਔਰ ਵਾਰ ਤੋਂ ਬਾਅਦ ਜਦੋਂ ਸੈਕਿੰਡ ਵਰਲਡ ਵਾਰ ਤੋਂ ਬਾਅਦ 40s ਵਿੱਚ ਇੱਕ ਬੜਾ ਯੂਨੀਕ ਮਟੀਰੀਅਲ ਵੀ ਆਇਆ ਇੱਥੇ, ਜਿਹੜਾ ਮੈਂ ਮੈਂਸ਼ਨ ਕੀਤਾ ਹੈ ਪੈਰਾਸ਼ੂਟ ਕਲੌਥ, ਜਿਹੜਾ ਸਰਪਲਸ ਜਦੋਂ ਵਾਰ ਖ਼ਤਮ ਹੋ ਗਈ ਸੈਕਿੰਡ ਵਰਲਡ ਵਾਰ, ਉਹ ਪੈਰਾਸ਼ੂਟ ਫਿਰ ਸਰਪਲਸ ਹੋ ਗਏ। ਤਾਂ ਕਿ ਜਿਹੜੇ ਯੂਰਪ ਵਿੱਚ ਪੈਰਾਸ਼ੂਟ ਬਣਦੇ ਸੀ ਉਹ ਸਿਲਕ ਦੇ ਸੀਗੇ। ਸੋ ਉਹ ਇੱਥੇ ਆ ਕੇ ਲੋਕਾਂ ਨੇ ਉਹਨਾਂ ਦੇ ਸਲਵਾਰ ਕਮੀਜ਼ ਬਣਾਏ ਔਰ ਜੈਂਟਸ ਨੇ ਆਪਣੇ ਕੁਰਤਾ ਪਜਾਮਾ ਬਣਾਇਆ। ਔਰ ਕੁਝ ਪੈਰਾਸ਼ੂਟ ਜਿਹੜਾ ਅਮਰੀਕਾ ਤੋਂ ਆਇਆ ਉਹ ਨਾਇਲੋਨ ਦਾ ਸੀਗਾ ਔਰ ਉਹ ਡਾਇਬਲ ਨਹੀਂ ਸੀਗਾ। ਆਪਾਂ ਇਹ ਵੀ ਸੁਣਦੇ ਹੁੰਦੇ ਆ ਜਦੋਂ ਜਲਿਆਂਵਾਲਾ ਬਾਗ ਦਾ ਸਾਕਾ ਵਾਪਰਿਆ, ਉਸ ਤੋਂ ਪਹਿਲਾਂ ਦੇ ਹਵਾਲੇ ਆ ਕਿ ਸਿਲਕ ਮਾਰਕੀਟ ਬਹੁਤ ਵੱਡੀ ਸੀ ਅੰਮ੍ਰਿਤਸਰ ਦੇ ਅੰਦਰ, ਕੱਪੜਿਆਂ ਦਾ ਖਾਸ ਵੱਡਾ ਬਾਜ਼ਾਰ ਉੱਥੇ ਸੀ। ਅਤੇ ਦੂਸਰਾ ਬ੍ਰਿਟਿਸ਼ ਰਾਜ ਤੋਂ ਇਸ ਤਰ੍ਹਾਂ ਦਾ ਅਸੀਂ ਪਹਿਰਾਵੇ ਦਾ ਪ੍ਰਭਾਵ ਤਾਂ ਲੈ ਲਿਆ, ਕੱਪੜਾ ਆਪਣੇ ਢੰਗ ਦਾ ਵਰਤ ਲਿਆ। ਅਤੇ ਉਸ ਸਮੇਂ ਦੇ ਦਰਜੀਆਂ ਬਾਰੇ ਕੋਈ ਹਵਾਲਾ ਮਿਲਦਾ ਆ ਕਿ ਉਹ ਦਰਜੀ ਇੰਡੀਅਨ ਸਨ ਜਾਂ ਅੰਗਰੇਜ਼ ਸਨ ਜਾਂ ਰੈਡੀਮੇਡ ਸੀ, ਜਾਂ ਜੇ ਇੰਡੀਅਨ ਸਨ ਤਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਇੱਥੇ ਰੁਤਬਾ ਸੀ? ਇਸ ਬਾਰੇ ਜੇ ਤੁਸੀਂ ਕੁਝ ਦੱਸ ਸਕਦੇ ਹੋ ਸਾਡੇ ਸਰੋਤਿਆਂ ਨੂੰ। ਇਹਦੇ 'ਚ ਦੋ ਗੱਲਾਂ ਹੈ। ਜਿਹੜੇ ਲੋਕ ਬਾਹਰ ਟਰੈਵਲ ਕਰਦੇ ਸੀ, ਅਪਰ ਕਲਾਸ ਰਾਇਲਟੀ ਕਹਿ ਲਓ, ਜਾਂ ਬੜੇ ਲੈਂਡਡ ਰਿਚ ਫਾਰਮਰਸ ਜਾਂ ਲਾਇਰਸ, ਜਾਂ ਜਿਹੜਿਆਂ ਨੇ ਸਿਵਲ ਸਰਵਿਸ ਜੁਆਇਨ ਕੀਤੀ, ਜਿਨ੍ਹਾਂ ਨੂੰ ਓਪਰਚੁਨਿਟੀ ਮਿਲੀ ਕਿ ਇੰਗਲੈਂਡ ਜਾਂ ਜਾ ਕੇ ਯੂਰਪ ਜਾ ਕੇ ਉੱਥੇ ਜਾ ਕੇ ਟਰੈਵਲ ਕਰਨਾ, ਉਹ ਬਹੁਤ ਹੱਦ ਤਾਈਂ ਆਪਣਾ ਕੱਪੜਾ ਬਾਹਰੋਂ ਲੈ ਕੇ ਆਉਂਦੇ ਸੀਗੇ। ਉਹਨਾਂ ਨੇ ਇੱਕ ਬੜੀ ਫੇਮਸ ਸਟਰੀਟ ਹੈਗੀ ਆ ਲੰਡਨ ਵਿੱਚ, ਸੈਵਲ ਰੋ, ਜਿਹਦੇ 'ਤੇ ਮੋਸਟ ਫੈਸ਼ਨੇਬਲ ਟੇਲਰ ਸੀਗੇ ਜਿਹੜੇ ਨਾਪ ਲੈ ਕੇ ਕੱਪੜਾ ਬਣਾਉਂਦੇ ਸੀਗੇ। ਤਾਂ ਉਹਨਾਂ ਦੀ ਇੰਗਲਿਸ਼ 19th ਸੈਂਚੁਰੀ ਤੋਂ ਲੈ ਕੇ ਇੰਗਲਿਸ਼ ਟੇਲਰਿੰਗ ਵੀ ਬਹੁਤ ਮਸ਼ਹੂਰ ਰਹੀ ਆ, ਔਰ ਆਲ ਓਵਰ ਦਾ ਵਰਲਡ ਲੋਕ ਉਹਨੂੰ ਇੰਗਲਿਸ਼ ਟੇਲਰਿੰਗ ਨੂੰ ਫੋਲੋ ਕਰਦੇ ਸੀ। ਸੋ ਜਦੋਂ ਉਹ ਜ਼ਿਆਦਾ ਤੋਂ ਜ਼ਿਆਦਾ ਲੋਕ ਬਾਹਰਲੇ ਕੱਪੜੇ ਇੱਥੇ ਲਿਆਏ ਤਾਂ ਇੱਥੇ ਦੇ ਜਿਹੜੇ ਲੋਕਲ ਸੀਗੇ ਉਹਨਾਂ ਨੇ ਉਹ ਕੱਪੜਾ ਦੇਖਿਆ ਔਰ ਉਹਨਾਂ ਨੂੰ ਜਿਹੜੇ ਲੋਕਲ ਟੇਲਰ ਸੀ ਉਹਨਾਂ ਨੇ ਉਹਨਾਂ ਨੂੰ ਕਾਪੀ ਕੀਤਾ। ਇਹ ਗੱਲ ਬੜੇ ਰਾਈਟਰਸ ਨੇ ਇਹ ਐਕਸਪਲੇਨ ਕੀਤੀ ਹੈ ਕਿ ਇੰਗਲਿਸ਼ ਟੇਲਰਸ ਬਹੁਤ ਹੀ ਕੰਪੀਟੈਂਟ ਔਰ ਬਹੁਤ ਹੀ ਐਕਸਪਰਟ ਸੀਗੇ। ਚੀਜ਼ਾਂ ਨੂੰ ਇੱਕ ਵਾਰੀ ਜਿਹੜੀਆਂ ਉਹ ਦੇਖ ਲੈਂਦੇ ਸੀ ਉਹਨਾਂ ਨੂੰ ਉਸ ਤਰ੍ਹਾਂ ਹੀ ਕਾਪੀ ਕਰ ਲੈਂਦੇ ਸੀਗੇ। ਇੱਕ ਐਕਚੁਅਲੀ ਬ੍ਰਿਟਿਸ਼ ਲੇਡੀ ਸੀਗੀ,
ਉਹਨੇ ਇੱਕ ਆਪਣੇ ਮੈਮੋਇਰਸ ਜਿਹੜੇ ਐਲਨ ਚਾਰਲਸ ਨੇ ਉਹਨਾਂ ਨੂੰ ਜੋਟ ਡਾਊਨ ਕੀਤਾ ਹੈ। ਉਹਨੇ ਇਹ ਵੀ ਲਿਖਿਆ ਹੈ ਕਿ ਸਾਡੇ ਨਾ ਵਰਾਂਡੇ ਵਿੱਚ ਦਰਜੀ ਹੁੰਦਾ ਸੀਗਾ ਸਾਰਾ ਦਿਨ। ਉਹਨੇ ਉੱਥੇ ਰਹਿਣਾ ਤਾਂ ਉਹਨੂੰ ਕੋਈ ਅਸੀਂ ਕੱਪੜਾ ਦੇ ਦੇਣਾ ਕਿ ਇੱਕ ਵਾਰੀ ਉਹਨਾਂ ਨੇ ਕੋਈ ਪੁਰਾਣਾ ਕੱਪੜਾ ਦਿੱਤਾ ਜਿਹੜਾ ਕਿ ਥੋੜ੍ਹਾ ਫਟ ਗਿਆ ਸੀਗਾ ਔਰ ਉਹਦੇ 'ਤੇ ਉਹ ਰਿਪੇਅਰ ਵਰਕ ਕੀਤਾ ਸੀਗਾ ਔਰ ਉਹ ਟੇਲਰ ਨੂੰ ਕਿਹਾ ਕਿ ਇਹਨੂੰ ਕਾਪੀ ਕਰ ਦਿਓ। ਤਾਂ ਉਹ ਟੇਲਰ ਇੰਨਾ ਐਕਸਪਰਟ ਸੀ, ਉਹਨੇ ਉਹ ਜਿਹੜਾ ਰਫੂ ਸੀ ਉਹ ਵੀ ਉਸੇ ਤਰ੍ਹਾਂ ਹੀ ਕਾਪੀ ਕੀਤਾ। ਪਰ ਇਹ ਤਾਂ ਇੰਡੀਅਨ ਟੇਲਰਸ ਦੀ ਗੱਲ ਹੋਈ, ਪਰ ਬਾਹਰਲੀਆਂ ਟੇਲਰਿੰਗ ਸ਼ਾਪਸ ਵੀ ਇੱਥੇ ਕਈ ਮਸ਼ਹੂਰ ਟੇਲਰਿੰਗ ਸ਼ਾਪਸ ਵੀ ਖੁੱਲ੍ਹੀਆਂ ਸੀ ਜਿਨ੍ਹਾਂ ਦੀ ਕਈ ਬ੍ਰਾਂਚਿਸ ਸੀ, ਲਾਹੌਰ, ਅੰਮ੍ਰਿਤਸਰ, ਸਿਮਲਾ, ਜਿਵੇਂ ਫੈਲਪ ਹੋ ਗਈ, ਰੈਨਕਿਨ ਹੋ ਗਈ, ਲੀਲਾ ਰਾਮ। ਉਹ ਵੀ ਲੋਕਾਂ ਦੇ ਕੱਪੜੇ ਨਾਪ ਕੇ ਐਗਜ਼ੈਕਟਲੀ ਕਾਪੀ ਕਰਦੇ ਸੀਗੇ। ਮੈਂ ਕੁਮਾਰ ਵਿਸ਼ਵਾਸ ਦੇ ਮੂੰਹ ਵੀ ਬਹੁਤ ਵਾਰ ਸੁਣਿਆ ਹੈ। ਉਹ ਕਹਿੰਦਾ ਕਿ ਜਿਹੜਾ ਅੰਗਰੇਜ਼ਾਂ ਦੇ ਸਮੇਂ ਦਾ ਸਭ ਤੋਂ ਵੱਡੇ ਅਹੁਦੇ ਦਾ ਪਹਿਰਾਵਾ ਸੀ ਵੀ ਵਾਇਸਰਾਏ ਦਾ ਪਹਿਰਾਵਾ ਸੀ, ਅਤੇ ਉਹ ਪਹਿਰਾਵਾ ਹੁਣ ਸਾਡੇ ਭਾਰਤ ਦੇ ਵਿੱਚ ਬੈਂਡ ਬਾਜੇ ਵਾਲਿਆਂ ਦਾ ਪਹਿਰਾਵਾ ਹੁੰਦਾ। ਕਦੀ ਇਹ ਗੱਲ ਨੋਟ ਕੀਤੀ ਹੈ ਕਿ ਇਸ ਤਰ੍ਹਾਂ ਹੈ ਜਾਂ ਨਹੀਂ ਹੈ ਜਾਂ ਕਿਵੇਂ ਆ? ਹੈਗਾ ਵੀ ਆ, ਕਿਉਂਕਿ ਹੁਣ ਉਹਨਾਂ ਨੇ ਇੱਕ ਬੈਂਡ ਬਾਜੇ ਨੇ ਇੱਕ ਆਪਣਾ ਡਰੈਸ ਬਣਾ ਲਈ ਜਾਂ ਕਾਸਟਿਊਮ ਬਣਾ ਲਈ, ਸੋ ਉਸੇ 'ਤੇ ਸਟਿਕ ਕਰਕੇ ਟੂ ਸਮ ਐਕਸਟੈਂਟ ਸਹੀ ਹੈ। ਇੱਕ ਆਪਾਂ ਇਹ ਦੇਖਦੇ ਹਾਂ ਕਿ ਜਦੋਂ ਪਹਿਰਾਵੇ ਦੀ ਗੱਲ ਆਉਂਦੀ ਆ ਅਤੇ ਉਸ ਦੇ ਵਿੱਚ ਪੰਜਾਬ ਤੋਂ ਉਸ ਵਕਤ ਬਹੁਤ ਵੱਡਾ ਸੀ। ਉਹ ਸ਼ਿਮਲੇ ਤੱਕ ਵੀ ਸੀ, ਉਹਦੇ 'ਚ ਲਾਹੌਰ ਵੀ ਸੀ, ਮੌਜੂਦਾ ਜਲੰਧਰ ਡਿਵੀਜ਼ਨ, ਅੰਬਾਲਾ ਡਿਵੀਜ਼ਨ ਵੀ ਸੀ, ਸਾਡੇ ਖਿੱਤੇ ਵੀ ਵੱਖਰੇ ਸਨ। ਬ੍ਰਿਟਿਸ਼ ਜਦੋਂ ਅਸੀਂ ਕੋਈ ਪ੍ਰਭਾਵ ਲੈਂਦੇ ਹਾਂ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਆਪਣਾ ਜਿਹੜਾ ਖੇਤਰੀ ਪ੍ਰਭਾਵ ਵੀ ਜੁੜ ਜਾਂਦਾ ਆ। ਇਸ ਹਿਸਾਬ ਨਾਲ ਤੁਸੀਂ ਦੇਖਿਆ ਵੀ ਕੋਈ ਕਲਾਸੀਫਿਕੇਸ਼ਨ ਹੋਈ ਹੋਵੇ ਕਿ ਮਾਝੇ 'ਚ ਬ੍ਰਿਟਿਸ਼ ਪਹਿਰਾਵੇ ਦਾ ਪਹਿਰਾਵ ਹੋਰ ਤਰ੍ਹਾਂ ਆ, ਲਾਹੌਰ 'ਚ, ਸ਼ਿਮਲੇ 'ਚ ਹੋਰ ਤਰ੍ਹਾਂ ਹੋ ਜਾਂਦਾ ਆ, ਪੁਆਧ 'ਚ ਆ ਕੇ ਹੋਰ ਤਰ੍ਹਾਂ ਦਾ ਹੋ ਜਾਂਦਾ, ਜਾਂ ਅਜਿਹਾ ਕੁਝ ਨਹੀਂ ਸੀ? ਇਹ ਬਰੋਡਲੀ ਮੈਨੂੰ ਲੱਗਦਾ ਸਟਾਈਲ ਪਹਿਨਾਵੇ ਦੀ ਇਨਫਲੂਐਂਸ ਤਾਂ ਪਤਾ ਨਹੀਂ, ਮੈਨੂੰ ਤਾਂ ਲੱਗਦਾ ਇਸ ਤਰ੍ਹਾਂ ਤਾਂ ਨਹੀਂ ਸੀਗਾ ਕਿ, ਪਰ ਉਹਨਾਂ ਦੀ ਸਟਾਈਲ ਆਫ ਟਾਈਂਗ ਅ ਟਰਬਨ ਕਹਿ ਲਓ ਜਾਂ ਉਹਨਾਂ ਦਾ ਜਿਹੜੇ ਕੁੜਤੇ ਪਜਾਮੇ ਪਾਉਣੇ, ਉਹ ਸਟਾਈਲ ਥੋੜ੍ਹਾ ਫਰਕ ਸੀਗਾ। ਤਾਂ ਇੱਕ ਗੱਲ ਇਹ ਵੀ ਹੈਗਾ ਕਿ ਜਿਹੜਾ ਜਦੋਂ ਪਾਰਟੀਸ਼ਨ ਤੋਂ ਬਾਅਦ ਜਦੋਂ ਲੋਕ ਇੱਥੇ ਆਏ ਉਹ ਵੀ ਆਪਣਾ ਪਹਿਨਾਵਾ ਲੈ ਕੇ ਆਏ। ਕਈ ਜਗ੍ਹਾ ਕਈ ਰੀਜਨਸ ਵਿੱਚ ਜਿਵੇਂ ਸਲਵਾਰ ਪਾਉਂਦੇ ਸੀਗੇ ਉੱਥੇ ਵਿਚ ਇਜ਼ ਨਾਓ ਪਾਕਿਸਤਾਨ। ਜਦੋਂ ਇੱਥੇ ਆਏ ਤਾਂ ਇਹਦੇ ਵਿੱਚ ਕਈ ਜਗ੍ਹਾ 'ਤੇ ਜਿੱਦਾਂ ਦੁਆਬੇ ਵਿੱਚ ਉਹਨਾਂ ਨੇ ਬੰਦ ਕਰਤਾ, ਪਰ ਪਟਿਆਲੇ ਰੀਜਨ ਵਿੱਚ ਪਾਉਂਦੇ ਰਹੇ। ਇੱਕ ਉੱਥੇ MLA ਵੀ ਸੀ ਜਿਹੜੇ ਉਹ ਪਾਉਂਦੇ ਰਹੇ ਉਹ ਸਲਵਾਰ। ਸੋ ਥੋੜ੍ਹਾ ਬਹੁਤ ਫਰਕ ਹੈਗਾ ਆ, ਪਰ ਬਰੋਡਲੀ ਸਪੀਕਿੰਗ ਆਈ ਥਿੰਕ ਇੰਨਾ ਫਰਕ ਨਹੀਂ ਹੈ। ਇਸ ਸਮੇਂ ਦੇ ਵਿੱਚ ਤੁਸੀਂ ਇਹ ਪ੍ਰਭਾਵ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਸ ਵਕਤ ਜਿਵੇਂ ਇੱਕ ਇਹ ਵੀ ਮੈਨੂੰ ਦੱਸੋ ਕਿ ਰੰਗ ਦੇ ਹਿਸਾਬ ਦੇ ਨਾਲ ਵੀ ਹਰ ਇੱਕ ਫੈਸ਼ਨ ਜਾਂ ਪਹਿਰਾਵੇ ਦਾ ਟੈਕਸਚਰ ਵੱਖਰਾ ਹੁੰਦਾ ਸੀ। ਬ੍ਰਿਟਿਸ਼ ਦੇ ਟਾਈਮ ਜਾਂ ਇਸ ਬ੍ਰਿਟਿਸ਼ ਪਹਿਰਾਵੇ 'ਚ ਕਿਹੜੇ ਰੰਗਾਂ ਦਾ ਜ਼ਿਆਦਾ ਪ੍ਰਭਾਵ ਸੀ, ਅਤੇ ਉਹ ਇੱਥੇ ਆ ਕੇ ਵੀ ਉਵੇਂ ਹੀ ਰਿਹਾ ਜਦੋਂ ਸਾਡੇ ਪੰਜਾਬ ਦੇ ਲੋਕਾਂ ਨੇ ਅਪਣਾਇਆ, ਜਾਂ ਉਸ ਦੇ ਵਿੱਚ ਕੁਝ ਫਰਕ ਸੀ? ਨਹੀਂ, ਇਹਦੇ ਵਿੱਚ ਪਹਿਲੀ ਗੱਲ ਤਾਂ ਇਹ, ਜਦੋਂ ਬ੍ਰਿਟੇਨ ਇੱਥੇ ਆਏ ਉਦੋਂ ਇੱਥੇ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਸੀਗੇ ਇਹ ਦੇਖਣ ਵਾਲੀ ਗੱਲ ਹੈ। ਜਿਹੜੇ ਪੰਜਾਬ ਵਿੱਚ ਸਪੈਸ਼ਲੀ ਸੂਤੀ ਕੱਪੜਾ ਜਿਹੜਾ ਘਰ ਵਿੱਚ ਲੇਡੀਜ਼ ਬਣਾਉਂਦੀਆਂ ਕੱਤਦੀਆਂ ਸੀਗੀਆਂ ਔਰ ਜੁਲਾਹਾ ਬੁਣਦਾ ਸੀਗਾ, ਔਰ ਉਹਦੇ ਵਿੱਚ ਜਿਹੜਾ ਲਲਾਰੀ ਸੀ ਉਹਨੂੰ ਰੰਗਦਾ ਸੀਗਾ। ਤਾਂ ਇੱਥੇ ਪਹਿਲਾਂ ਰੰਗ ਵੀ ਤਾਂ ਲਿਮਿਟਿਡ ਸੀਗੇ, ਇਹ ਨੈਚੁਰਲ ਕਲਰ ਸੀਗੇ ਜਿਹੜੇ ਹੁਣ ਅੱਜ ਕੱਲ੍ਹ ਲੋਕ ਉਹਨੂੰ ਬਹੁਤ ਅੱਛਾ ਸਮਝਦੇ ਹੈ ਔਰ ਬਹੁਤ ਉਹ ਕਿ ਬੜੀ ਇੱਕ ਨੀਸ਼ ਮਾਰਕੀਟ ਬਣ ਗਈ ਹੈ ਨੈਚੁਰਲ ਕਲਰਸ ਦੀ। ਪਰ ਉਸ ਟਾਈਮ ਉਹ ਨਾਰਮਲ ਗੱਲ ਸੀਗੀ, ਔਰ ਜ਼ਿਆਦਾਤਰ ਬਹੁਤ ਰਾਈਟਰਸ ਨੇ ਇਹ ਲਿਖਿਆ ਆ
कि वाइट कपड़ा, क्योंकि डाइंग इन्नी ज़्यादा, क्योंकि नैचुरल शायद नहीं सीगा मटीरियल अवेलेबल, तो वाइट कपड़ा ना ज़्यादा पाउंदे सीगे। ये वाटसन ने भी अपनी किताब विच लिखिया, गैजेटियर्स च भी बहुत लिखिया आ, ये भी लिखिया गया है कि टर्बन भी ज़्यादा वाइट पाउंदे सीगे। इनफैक्ट जेड़े हिस्टोरीयंस या ਉਹ ਜਿਹੜੇ ਲਿਖਦੇ ਆ ਔਨ ਭਗਤ ਸਿੰਘ ਆਲਸੋ, ਕਹਿੰਦੇ ਆ ਕਿ ਉਹਨਾਂ ਨੇ ਕਦੀ ਰੰਗੀਨ ਜਾਂ ਯੈਲੋ ਟਰਬਨ ਨਹੀਂ ਪਾਈ ਜੀ। ਉਹਨਾਂ ਦਾ ਪਹਿਨਾਵਾ ਸਿਰਫ ਵਾਈਟ ਟਰਬਨ ਸੀ। ਸੋ ਇਹ ਰੰਗ ਉੱਥੇ ਤਾਈਂ ਲਿਮਿਟ ਹੋਇਆ। ਪਰ ਜਦੋਂ ਯੂਰਪ ਵਿੱਚ ਇੰਡਸਟਰੀਅਲਾਈਜ਼ਡ ਰੈਵੋਲਿਊਸ਼ਨ ਵਿੱਚ 19th ਸੈਂਚੁਰੀ ਦੇ ਐਂਡ ਵਿੱਚ ਐਨਾਲੀਨ ਡਾਇਜ਼ ਜਿਹੜੇ ਬਹੁਤ ਸਿੰਥੈਟਿਕ ਡਾਇਜ਼ ਡਿਵੈਲਪ ਹੋਏ, ਉਸ ਕਰਕੇ ਇੱਥੇ ਵੀ ਬਹੁਤ ਕੱਪੜਾ ਉਹਦੇ ਵਿੱਚ ਰੰਗਿਆ ਆ ਇੱਥੇ ਆਇਆ। ਸੋ ਇਨਡਾਇਰੈਕਟਲੀ ਲੇਡੀਜ਼ ਨੇ ਉਹ ਰੰਗ ਅਡੋਪਟ ਕੀਤੇ ਜਿਹੜੇ ਯੂਰਪ ਵਿੱਚ ਯੂਜ਼ ਕਰਦੇ ਸੀਗੇ। ਜੀ, ਜਦੋਂ ਸਵਦੇਸ਼ੀ ਮੂਵਮੈਂਟ ਚੱਲੀ, ਉਹਦਾ ਪ੍ਰਭਾਵ ਸਿਰਫ ਕੱਪੜੇ 'ਤੇ ਸੀ ਜਾਂ ਪਹਿਰਾਵੇ ਦੇ ਡਿਜ਼ਾਈਨ 'ਤੇ ਵੀ ਫਰਕ ਪਿਆ? ਦੇਖੋ, ਸਵਦੇਸ਼ੀ ਮੂਵਮੈਂਟ ਦਾ ਜਿਨ੍ਹਾਂ ਤਾਈਂ ਤਾਂ ਪ੍ਰਭਾਵਿਤ ਹੋਇਆ ਉਹ ਕੱਪੜਿਆਂ 'ਤੇ, ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਬਹੁਤ ਛੋਟੀ ਸੀਗੀ, ਮੈਂ ਇੰਡੀਪੈਂਡੈਂਸ ਤੋਂ ਬਾਅਦ ਇਮੀਡੀਏਟਲੀ ਬੌਰਨ ਹੋਈ ਹਾਂ, ਉਹ ਬਹੁਤ ਛੋਟੀ ਸੀ ਉਦੋਂ, ਮੈਨੂੰ ਇਹ ਬਹੁਤ ਸੁਣਨ 'ਚ ਆਇਆ ਸੀਗਾ ਕਿ ਲੋਕਾਂ ਨੇ ਬਾਹਰਲੇ ਕੱਪੜਿਆਂ ਦੀ ਇੱਕ ਕਾਮਨ ਜਗ੍ਹਾ ਪਿੰਡ ਦੀ ਜਗ੍ਹਾ ਦੇ ਵਿੱਚ ਰੱਖ ਕੇ ਸਿੱਟ ਕੇ ਉਹਦੀ ਬੌਨਫਾਇਰ ਲਗਾਈ, ਔਰ ਉਹਨਾਂ ਨੇ ਬਹੁਤ ਕੱਪੜੇ ਮੈਨਚੈਸਟਰ ਕਾਟਨ ਜਿਵੇਂ ਉਹ ਕਹਿਲਾਏ ਜਾਂਦੇ ਸੀਗੇ ਉਹ ਜਲਾਏ, ਤਾਂ ਕਿ ਉਹ ਲੋਕ ਆਪਣੇ ਸੂਤੀ ਕੱਪੜੇ ਯੂਜ਼ ਕਰਨ। ਤਾਂ ਸੂਤੀ ਕੱਪੜਾ ਫਰਕ ਪਿਆ ਕਿ ਸੂਤੀ ਕੱਪੜਾ ਕਾਫੀ ਯੂਜ਼ ਹੋਇਆ, ਔਰ ਬਾਹਰਲੇ ਕੱਪੜਿਆਂ 'ਤੇ, ਔਰ ਕਈ ਜਿਹੜੇ ਫਰੀडम ਮੂਵਮੈਂਟ ਦੇ ਵਿੱਚ ਇਨਵੋਲਵ ਹੋ ਗਏ, ਉਹਦੇ ਨਾਲ ਜੁੜ ਗਏ। ਗਾਂਧੀ ਜੀ ਦੀ ਮੂਵਮੈਂਟ 'ਚ ਜੇ ਉਹ ਪਹਿਲਾਂ ਵੈਸਟਰਨ ਕੱਪੜੇ ਪਾਉਂਦੇ ਸੀ, ਫਿਰ ਉਹ ਦੇਸੀ ਪਾਉਣ ਲੱਗ ਗਏ। ਜਿਵੇਂ ਗਾਂਧੀ ਜੀ ਆਪਣੇ ਆਪ ਵੀ ਪਹਿਲਾਂ ਉਹ ਯੂਰਪੀਅਨ ਕੱਪੜੇ ਪਾਉਂਦੇ ਸੀ, ਫਿਰ ਉਹਨਾਂ ਨੇ ਦੇਸੀ ਪਹਿਨਾਵਾ ਅਪਣਾ ਲਿਆ। ਜੀ, ਤੁਹਾਡੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਟ੍ਰੈਡੀਸ਼ਨ ਸੀ? ਤੁਹਾਡੇ ਪਰਿਵਾਰ 'ਚ ਵੈਸਟਰਨ ਇਨਫਲੂਐਂਸ ਹੋਏਗਾ ਕਿ ਜਾਂ ਨਹੀਂ ਹੋਏਗਾ? ਮੇਰੇ ਫਾਦਰ ਤੇ ਹਮੇਸ਼ਾ ਅਚਕਨ ਹੀ ਪਾਉਂਦੇ ਸੀਗੇ। ਅਚਕਨ ਨੂੰ ਜੇ ਵੈਸਟਰਨ ਇਨਫਲੂਐਂਸ ਕਿਹਾ ਜਾਏ ਤਾਂ ਹਾਂ, ਕਿਉਂਕਿ ਅਚਕਨ ਇੱਕ ਫਿਊਜ਼ਨ ਗਾਰਮੈਂਟ ਹੈਗਾ, ਜਿਹਨੇ ਜਿਹੜਾ ਅਪਰ ਪਾਰਟ ਅਚਕਨ ਦਾ ਆ ਉਹ ਇੰਗਲਿਸ਼ ਆਫਿਸਰਸ ਯੂਨੀਫਾਰਮ ਤੋਂ ਲਿਆ ਗਿਆ ਹੈ, ਔਰ ਬੰਦ ਗਲਾ ਜਿਹੜਾ ਅਡੋਪਟ ਹੋਇਆ ਉਹ ਵੀ ਉੱਥੋਂ ਲਿਆ ਹੈ। ਪਰ ਔਰ ਉਹ ਆਫੀਸ਼ੀਅਲ ਫੰਕਸ਼ਨਸ ਲਈ ਬੰਦ ਗਲਾ ਕੋਟ ਔਰ ਟਰਾਊਜ਼ਰ ਦੇ ਨਾਲ ਪਾਉਂਦੇ ਸੀ ਕਈ ਵਾਰੀ ਆਫੀਸ਼ੀਅਲ ਫੰਕਸ਼ਨਸ ਲਈ। ਪਰ ਦੂਸਰੀ ਵੈਸਟਰਨ ਇਨਫਲੂਐਂਸ ਤਾਂ ਹਰ ਦਾਇਰੇ 'ਤੇ ਹੈ ਨਾ। ਤੁਸੀਂ ਕਹਿ ਲਓ ਕੁਰਸੀਆਂ 'ਤੇ ਬੈਠਣਾ, ਉਹ ਵੀ ਸੀਗਾ ਸਾਡੇ ਘਰ ਵਿੱਚ। ਜਿਵੇਂ ਮੇਰੇ ਮਦਰ ਸਾੜੀ ਪਾਉਂਦੇ ਸੀਗੇ, ਉਹਦੇ 'ਚ ਲੈ ਲਓ ਬਲਾਊਜ਼ ਪਾਉਣਾ, ਪੈਟੀਕੋਟ, ਉਹ ਵੀ ਵੈਸਟ ਤੋਂ ਹੀ ਆਇਆ ਆ। ਸ਼ੂਜ਼ ਕਹਿ ਲਓ, ਯੂਜ਼ ਆਫ ਹੈਂਕਰਚੀਫ ਕਹਿ ਲਓ, ਬੈਗਸ, ਸ਼ੂਜ਼, ਸੌਕਸ, ਨਿਟਿੰਗ, ਸਭ ਉੱਥੇ ਹੀ ਹੈ। ਤਾਂ ਉਸ ਹੱਦ ਤਾਈਂ ਤਾਂ ਸਭ ਨੂੰ ਇਨਫਲੂਐਂਸ ਆਇਆ ਹੈ। ਪਲੱਸ ਕਢਾਈਆਂ ਜਿਹੜੀਆਂ ਜਦੋਂ ਫਰਨੀਚਰ ਆਇਆ ਉਹਦੇ ਵਿੱਚ ਪੰਜਾਬੀ ਹੋਮਸ ਵਿੱਚ, ਕਿਉਂਕਿ ਉਹ ਮੇਜ਼ ਪੋਸ਼ ਵਗੈਰਾ ਨਹੀਂ ਸੀ ਅਵੇਲੇਬਲ ਮਾਰਕੀਟ ਵਿੱਚ, ਔਰ ਦੇਖ ਕੇ ਉਦੋਂ ਤਾਈਂ ਪੈਂਫਲੇਟਸ ਔਰ ਮੈਗਜ਼ੀਨ ਆਉਣੀਆਂ ਸ਼ੁਰੂ ਹੋ ਗਈਆਂ। ਸੋ ਲੇਡੀਜ਼ ਨੇ ਉਹ ਹੀ ਕਢਾਈਆਂ ਕੀਤੀਆਂ ਵੈਸਟ ਵਾਲੀਆਂ, ਔਰ ਉਹ ਹੀ ਫੁੱਲ ਬੂਟੇ ਕੱਢੇ, ਔਰ ਉਹ ਹੀ ਅਡੋਪਟ ਕੀਤੇ। ਜਦੋਂ ਆਪਾਂ ਸਾੜੀ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਬਲਾਊਜ਼, ਪੇਟੀਕੋਟ ਸਾਰਾ ਵੈਸਟ ਤੋਂ ਆਇਆ। ਫਿਰ ਅਸੀਂ ਸਾੜੀ ਨੂੰ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਇੰਡੀਅਨ ਡਰੈਸ ਹੈ?
ਦੂਸਰਾ ਜਿਹੜੀ ਸਵੈਟਰ ਜਾਂ ਕੋਟੀਆਂ ਦੀ ਬੁਣਤੀ ਹੈ, ਕੀ ਇਹ ਵੀ ਬਾਹਰੋਂ ਆਈ ਹੈ ਜਾਂ ਇਹ ਪਹਿਲਾਂ ਤੋਂ ਇੱਥੇ ਹੈ ਸੀ? ਦੇਖੋ ਚੇਂਜ ਆਈ ਆ ਸਾੜੀ ਦੀ ਪਹਿਨਾਵੇ ਵਿੱਚ। ਪਹਿਲਾਂ ਤਾਂ ਇਹ ਸਿੰਗਲ ਪੀਸ ਆਫ ਗਾਰਮੈਂਟ ਸੀਗਾ, ਪਰ ਇਹ ਨया ਤਰੀਕਾ ਪਾਉਣ ਦਾ ਤਾਂ ਸਤਿੰਦਰ ਨਾਥ ਟੈਗੋਰ ਜਿਹੜੇ ਪਹਿਲੇ ICS ਆਫਿਸਰ ਸੀ, ਉਹਨਾਂ ਦੀ ਵਾਈਫ ਨੇ ਇਹ ਸਟਾਈਲ ਪਹਿਲਾਂ ਅਡਾਪਟ ਕੀਤਾ। ਇਹ ਗੱਲ ਰਵਿੰਦਰਨਾਥ ਟੈਗੋਰ ਨੇ ਵੀ ਲਿਖੀ ਹੈ ਇੱਕ ਜਰਨਲ ਵਿੱਚ, ਕਿਉਂਕਿ ਪਹਿਲਾਂ ਜਿਹੜੀ ਸਾੜੀ ਸੀ ਪਤਲੀ ਸੀਗੀ, ਸੋ ਉਸ ਕਰਕੇ ਲੇਡੀਜ਼ ਜ਼ਿਆਦਾਤਰ ਬਾਹਰ ਆ ਨਹੀਂ ਸੀ ਸਕਦੇ। ਉਹ ਥੋੜ੍ਹਾ ਟਰਾਂਸਪੇਰੈਂਟ ਸੀ, ਚਾਹੇ ਕਿੰਨੇ ਲੇਅਰਸ ਪਾ ਲੈਣ। ਸੋ ਕਿਉਂਕਿ ਉਹਨਾਂ ਸਤਿੰਦਰਨਾਥ ਟੈਗੋਰ ਨੂੰ ਬਾਹਰ ਆਪਣੇ ਯੂਰਪੀਅਨ ਬੌਸਸ ਨਾਲ ਇੰਟਰੈਕਟ ਕਰਨਾ ਹੁੰਦਾ ਸੀਗਾ, ਇਸ ਕਰਕੇ ਉਹਨਾਂ ਦੀ ਵਾਈਫ ਨੇ ਇਹ ਐਡ ਕਰਤਾ ਇੱਕ ਬਲਾਊਜ਼ ਔਰ ਅ ਪੈਟੀਕੋਟ। ਇਹ ਨਾਮ ਆਪਣੇ ਆਪ 'ਚ ਹੀ ਇੱਕ ਇੰਡੀਕੇਟਰ ਹੈ ਇੱਕ ਓਰੀਜਨ ਦਾ। ਪਰ ਇੰਡੀਅਨ ਇਹਨੂੰ ਆਪਾਂ ਗਾਰਮੈਂਟ ਫਿਰ ਵੀ, ਕਿਉਂਕਿ ਇਹ ਇਨਫਲੂਐਂਸ ਹੈ ਨਾ ਬਾਹਰਲਾ, ਨਿਊ ਵੇ ਆਫ ਟਾਈਂਗ ਅ ਸਾੜੀ, ਪਰ ਹੈ ਤਾਂ ਸਾੜੀ ਆਪਣੀ ਹੀ ਨਾ ਇੰਡੀਅਨ। ਅਤੇ ਦੂਸਰਾ ਕਢਾਈ ਬਾਰੇ ਵੀ ਮਤਲਬ ਜਦੋਂ ਆਪਾਂ ਸਵੈਟਰ ਜਾਂ ਕੋਟੀ ਦੀ ਬੁਣਤੀ ਜਿਹੜੀ ਆ, ਮਤਲਬ ਕਿ ਉਹ ਬਾਹਰਲੀ ਹੈ ਜਾਂ ਸਾਡੀ ਆਪਣੀ ਆ, ਜਾਂ ਇਹ ਕਿਵੇਂ ਆਈ? ਜਿਹੜੀ ਨਿਟਿੰਗ ਹੈ ਇਹ ਬਿਲਕੁਲ ਵੈਸਟ ਤੋਂ ਆਪਾਂ ਨੂੰ ਮਿਲੀ ਹੈ। ਪਹਿਲਾਂ ਜਿਹੜੇ ਰਾਈਟਰਸ ਹੈ ਉਹ 1866 ਵਿੱਚ, ਜਦੋਂ ਮੈਂ ਅਗੇਨ ਜੇ ਫੋਰਬਸ ਵਾਟਸਨ ਦਾ ਜ਼ਿਕਰ ਕਰੂੰਗੀ, ਕਿਉਂਕਿ ਉਹਨੇ ਵੀ ਲਿਖਿਆ ਆ ਕਿ ਨਿਟਿੰਗ ਇੱਥੇ ਕੋਈ ਨਿਟਿੰਗ ਨਹੀਂ ਸੀ ਕਰਦੇ। ਜਿਹੜਾ ਬੇਡਨ ਪਾਵਲ ਹੈ ਉਹਨਾਂ ਨੇ 1872 ਵਿੱਚ ਜਿਹੜਾ ਲਿਖਿਆ ਆ ਟੈਕਸਟਾਈਲ ਐਂਡ ਮੈਨੂਫੈਕਚਰ ਆਫ ਪੰਜਾਬ, ਉਹਨਾਂ ਨੇ ਵੀ ਲਿਖਿਆ ਆ ਕਿ ਇੱਥੇ ਪੰਜਾਬ ਵਿੱਚ ਲੋਕ ਵੂਲਨ ਕੱਪੜਾ ਨਹੀਂ ਸੀ ਪਾਉਂਦੇ ਔਰ ਨਿਟਿੰਗ ਇੱਥੇ ਨਹੀਂ ਸੀ ਲੋਕ ਕਰਦੇ, ਕਿਉਂਕਿ ਇੱਥੇ ਲੇਅਰਸ ਆਫ, ਜਿਹੜਾ ਕੋਈ ਅਫੋਰਡ ਕਰ ਸਕਦਾ ਸੀ, ਇੱਥੇ ਲੇਅਰਸ ਆਫ ਕਾਟਨ ਯੂਜ਼ ਕਰਦੇ ਸੀ, ਜਿਵੇਂ ਆਪਾਂ ਹਾਲੇ ਵੀ ਯੂਜ਼ ਕਰਦੇ ਹਾਂ। ਪੈਡਡ ਜੈਕਟ ਕਹਿ ਲਓ, ਜਾਂ ਵਾਰਮਥ ਲਈ ਉੱਤੇ ਖੇਸ ਲੈ ਲੈਂਦੇ ਸੀਗੇ, ਜਾਂ ਉੱਤੇ ਡਬਲ ਖੇਸ ਲੈ ਲੈਂਦੇ ਸੀ। ਸੋ ਇੱਥੇ ਇਹ ਨਿਟਿੰਗ ਨਹੀਂ ਸੀ ਯੂਜ਼ ਕਰਦੇ। ਸੋ ਪਹਿਲਾਂ ਇਹ ਨਿਟਿੰਗ ਇਹਨਾਂ ਨੇ ਸਕੂਲ ਵਿੱਚ ਸਿਖਾਈ, ਜਿਨ੍ਹਾਂ ਨੂੰ ਬੱਚਿਆਂ ਨੂੰ ਸਿਖਾਈ, ਇਹਨਾਂ ਨੂੰ ਪਹਿਲਾਂ ਕਹਿੰਦੇ ਸੀ, ਨਿਟਿੰਗ ਨੂੰ ਕਹਿੰਦੇ ਸੀ ਜੁਰਾਬ ਬੁਣਨਾ। ਔਰ ਇਹ ਨਿਟਿੰਗ ਦਾ ਮਤਲਬ ਇਹ ਸਿਨੋਨਿਮਸ ਹੋ ਗਿਆ ਕਿ ਨਿਟਿੰਗ ਨੂੰ ਕਦੀ ਜੁਰਾਬ ਬੁਣਨਾ ਕਹਿ ਦਿੰਦੇ ਸੀ, ਕਦੀ ਨਿਟਿੰਗ। ਸੋ ਉਹ ਪਹਿਲਾਂ ਸਿੱਖਿਆ ਔਰ ਉਹ ਫਿਰ ਲੋਕਾਂ 'ਚ ਆਇਆ। ਇਹ ਪਹਿਲਾਂ ਨਿਟਿੰਗ ਵੀ ਪਹਿਲਾਂ ਈਜਿਪਟ 'ਚੋਂ, ਕਹਿੰਦੇ ਈਜਿਪਟ ਕਾਪਟਿਕਸ 'ਚ ਆਈ ਆ। ਇਹ ਗਰਮ ਜਗ੍ਹਾ 'ਤੇ ਸੀਗੀ, ਔਰ ਜਦੋਂ ਕ੍ਰਿਸਚੈਨਿਟੀ ਸਪਰੈਡ ਹੋਈ, ਇਹ ਨਿਟਿੰਗ ਉਸ ਤਰ੍ਹਾਂ ਸਪਰੈਡ ਹੋਈ। ਇਹ ਕਿਤਾਬ ਬਹੁਤ ਦਿਲਚਸਪ ਹੈ, ਮੇਰੀ ਉਮੀਦ ਹੈ ਕਿ ਇਹ ਸਾਡੇ ਦਰਸ਼ਕ ਜ਼ਰੂਰ ਪੜ੍ਹਨਗੇ, ਪਰ ਫਿਰ ਵੀ ਕੋਈ ਬਹੁਤ ਸਾਰੀਆਂ ਗੱਲਾਂ ਰਹਿ ਜਾਂਦੀਆਂ, ਕਿਉਂਕਿ ਇਹ ਸਬਜੈਕਟ ਬਹੁਤ ਵੱਡਾ ਆ। ਇਹਦੀ ਬਾਰੀਕੀ 'ਚ ਜਾਈਏ ਤਾਂ ਮੇਕਅਪ ਦਾ ਸਮਾਨ ਹੈ, ਟੈਕਸਚਰ ਨੇ ਵੱਖੋ ਵੱਖਰੇ, ਡਿਜ਼ਾਈਨ ਨੇ, ਕੱਪੜਿਆਂ ਦਾ ਸਟੱਫ ਹੈ, ਕਾਫੀ ਬਾਰੀਕੀ ਵਾਲਾ ਹੈ, ਜਿਹੜਾ ਇੰਨੀ ਛੇਤੀ ਮੈਨੂੰ ਲੱਗਦਾ ਇੱਕ ਇੰਟਰਵਿਊ 'ਚ ਸਮੇਟਣਾ ਕਾਫੀ ਔਖਾ ਹੈ। ਪਰ ਫਿਰ ਵੀ ਜੇ ਕੋਈ ਅਜਿਹੀ ਗੱਲ ਜਿਹੜੀ ਤੁਹਾਨੂੰ ਲੱਗਦੀ ਹੋਵੇ ਕਿ ਬਹੁਤ ਇੰਪੋਰਟੈਂਟ ਸੀ, ਮਹੱਤਵਪੂਰਨ ਸੀ, ਸਾਡੇ ਦਰਸ਼ਕਾਂ ਤੱਕ ਪਹੁੰਚਣੀ ਚਾਹੀਦੀ ਆ। ਹਾਂ, ਇੱਕ ਬਹੁਤ ਇੰਪੋਰਟੈਂਟ ਗੱਲ ਇਹ ਹੈ ਕਿ ਫਰਨੀਚਰ ਦਾ ਯੂਜ਼, ਕਿਉਂਕਿ ਪਹਿਲਾਂ ਆਪਣੇ ਪੰਜਾਬ ਵਿੱਚ ਜਾਂ ਆਲ ਓਵਰ ਇੰਡੀਆ ਉਹ ਇੱਕ ਟ੍ਰੈਡੀਸ਼ਨ ਸੀਗੀ ਕਿ ਨੀਚੇ ਇੱਕ ਗੱਦਾ ਵਿਛਾ ਦਿੰਦੇ ਸੀ, ਉੱਤੇ ਸਫੇਦ ਚਾਦਰ, ਉੱਥੇ ਸਾਰੀ ਐਕਟੀਵਿਟੀ, ਜਿੱਦਾਂ ਖਾਣਾ ਖਾਣਾ ਜਾਂ ਲੋਕਾਂ ਨੂੰ ਮਿਲਣਾ, ਉਹ ਨੀਚੇ ਬੈਠ ਕੇ ਹੁੰਦਾ ਸੀਗਾ। ਪਰ ਹੌਲੀ ਹੌਲੀ ਜਿਸ ਤਰ੍ਹਾਂ ਵੈਸਟਰਨ ਇਨਫਲੂਐਂਸਿਸ ਵਧੇ ਅਤੇ ਫਰਨੀਚਰ ਘਰਾਂ ਵਿੱਚ ਆਇਆ, ਜੋ ਕਿ ਹੁਣ ਆਪਣੇ ਘਰਾਂ ਵਿੱਚ ਆਮ ਚੀਜ਼ ਹੈਗੀ ਆ ਕਿ ਹਰ ਜਗ੍ਹਾ ਫਰਨੀਚਰ
ਇਹ ਫਰਨੀਚਰ ਹਰ ਇੱਕ ਜਗ੍ਹਾ, ਕੁਰਸੀਆਂ, ਮੇਜ਼, ਡਾਈਨਿੰਗ ਟੇਬਲ, ਇਹ ਹਰ ਜਗ੍ਹਾ ਹੁੰਦਾ ਹੈ। ਇਹ ਪਹਿਲਾਂ ਨਹੀਂ ਸੀਗਾ। ਪਰ ਉਹਦੇ ਨਾਲ ਪਹਿਨਾਵੇ ਦੀ ਗੱਲ ਜੇ ਕਰੀ ਜਾਏ ਤੇ ਜਿਸ ਤਰ੍ਹਾਂ ਫਰਨੀਚਰ ਘਰ ਵਿੱਚ ਆਇਆ, ਉਸ ਤਰ੍ਹਾਂ ਜਿੱਦਾਂ ਆਦਮੀਆਂ ਨੇ ਟਰਾਊਜ਼ਰ ਪਾਉਣੀ ਸ਼ੁਰੂ ਕਰਤੀ, ਕਿਉਂਕਿ ਜਦੋਂ ਉਹਨਾਂ ਨੇ ਪੈਂਟ ਪਾਈ, ਉਦੋਂ ਨੀਚੇ ਬੈਠ ਕੇ ਚੌਂਕੜੀ ਮਾਰ ਕੇ ਬੈਠਣਾ ਇੰਨਾ ਆਸਾਨ ਨਹੀਂ ਸੀਗਾ। ਪਰ ਜਦੋਂ ਉਹਨਾਂ ਨੇ ਪੈਂਟ ਪਾਉਣੀ ਸ਼ੁਰੂ ਕੀਤੀ, ਉਹ ਫਰਨੀਚਰ ਵੀ ਆਪਣੇ ਘਰ ਵਿੱਚ ਕੁਰਸੀਆਂ ਵੀ ਲੈ ਆਏ। ਔਰ ਦੂਸਰੀ ਗੱਲ, ਜਿਹੜਾ ਵੈਸਟਰਨ ਟ੍ਰੈਡੀਸ਼ਨ ਆਫ ਖਾਣਾ, ਮੇਜ਼ ਪੋਸ਼, ਔਰ ਉਹ ਖਾਣਾ ਟੇਬਲ 'ਤੇ ਖਾਣਾ ਸ਼ੁਰੂ ਕੀਤਾ, ਤਾਂ ਉਸ ਕਰਕੇ ਕਢਾਈਆਂ ਮੇਜ਼ ਪੋਸ਼ ਆਏ, ਔਰ ਟੇਬਲ ਲਿਨਨ ਆਏ, ਨੈਪਕਿਨ ਆਏ, ਉਹ ਸਭ ਆਏ। ਔਰ ਉਹਦੇ ਨਾਲ ਕਢਾਈਆਂ ਵੀ ਪੰਜਾਬ ਵਿੱਚ ਆਈਆਂ, ਜੋ ਕਿ ਵੈਸਟ ਵਿੱਚ ਬਹੁਤ ਅਫੀਲੀਏਟਡ ਹੈਗੀਆਂ। ਸੋ ਪਿਆਰੇ ਦਰਸ਼ਕੋ, ਇਹ ਕਹਾਣੀ ਆਪਣੇ ਆਪ ਦੇ ਵਿੱਚ ਹੀ ਬਹੁਤ ਦਿਲਚਸਪ ਹੈ ਅਤੇ ਬਹੁਤ ਕਮਾਲ ਦੀ ਹੈ ਕਿ ਇੱਕ ਪਹਿਰਾਵੇ ਦੇ ਨਾਲ ਪੂਰੇ ਦੇ ਪੂਰਾ ਘਰ ਦਾ ਮੁਹਾਂਦਰਾ, ਘਰ ਦੀ ਬਣਤਰ ਤੱਕ ਬਦਲ ਜਾਂਦੀ ਹੈ। ਕਿ ਜਦੋਂ ਸਾਡੇ ਕੋਲ ਪੈਂਟਾਂ ਆਈਆਂ, ਉਸ ਤੋਂ ਬਾਅਦ ਮੇਜ਼ ਕੁਰਸੀ ਆਉਣੇ ਸ਼ੁਰੂ ਹੋ ਗਏ, ਡਾਈਨਿੰਗ ਟੇਬਲ ਆ ਗਏ। ਡਾਈਨਿੰਗ ਟੇਬਲ ਦੇ ਨਾਲ ਉਹਨਾਂ ਮੇਜ਼ ਦੇ ਉੱਤੇ ਵਿਛਣ ਵਾਲੇ ਕਢਾਈਆਂ ਵਾਲੀਆਂ ਚਾਦਰਾਂ ਆ ਗਈਆਂ, ਅਤੇ ਅਜਿਹਾ ਬਹੁਤ ਕੁਝ ਹੈ ਜੋ ਦਿਲਚਸਪ ਹੈ। ਅਸੀਂ ਰੋਜ਼ਾਨਾ ਵਰਤ ਰਹੇ ਹਾਂ ਅਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਉਹਦਾ ਪ੍ਰਭਾਵ ਕਿੱਥੋਂ ਆਇਆ। ਸਾਡੇ ਅੱਜ ਦੇ ਮਹਿਮਾਨ ਜਸਵਿੰਦਰ ਕੌਰ ਹੋਣਾ ਦੇ ਹਵਾਲੇ ਨਾਲ, ਉਹਨਾਂ ਦੀ ਇਸ ਕਿਤਾਬ ਦੇ ਹਵਾਲੇ ਦੇ ਨਾਲ ਆਪਾਂ ਅੱਜ ਇਸ ਕਹਾਣੀ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਸੀ। ਮੁਲਾਕਾਤ ਕਿਹੋ ਜਿਹੀ ਲੱਗੀ, ਇਸ ਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ।